ਚਾਰ ਕੁ ਮਿਸਰੇ ਮੇਰੇ ਖਿਆਲ ਯਾਦ ਨੇ ਮੈਨੂੰ ਕਿ ਇੱਕ ਸੇਜ ਮੇਰੀ ਬੰਜਰ ਹੋਈ ਤੇ ਦੂਜੀ ਸੇਜ ਤਿਆਰ ਹੋਈ, ਮੈਂ ਦੁਲਹਨ 100 ਵਾਰ ਬਣੀ ਤੇ ਮੈਂ ਵਿਧਵਾ ਲੱਖ ਵਾਰ ਹੋਈ। ਨਾ ਮਰਿਆਂ ਵਿੱਚ ਨਾ ਜਿਉਂਦਿਆਂ ਵਿੱਚ ਮੈਂ ਪੱਥਰਾਂ ਵਿੱਚ ਪਥਰਾ ਗਈਆਂ, ਜਿੱਥੇ ਫੁੱਲਾਂ ਵਿੱਚ ਨਾ ਮਹਿਕ ਕੋਈ ਮੈਂ ਉਹ ਬਾਗਾਂ ਵਿੱਚ ਆ ਗਈਆਂ। ਮੈਨੂੰ ਜਿਸ ਨੇ ਦਿਲ ਜਿੱਤਿਆ ਸੀ ਆਖਰ ਉਹਨਾਂ ਤੋਂ ਹਾਰ ਹੋਈ, ਮੈਂ ਬਿਰਹੋਂ ਡੰਗੀ ਉਹ ਰੁੱਤ ਹਾਂ ਜੋ ਆਉਂਦੀ ਜਾਂਦੀ ਵਾਰ ਹੋਈ। ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਝੰਗ ਖੋਲ ਦੇ ਬੂਹੇ ਹੀਰਾਂ ਕੈਦੀ ਨੇ। ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਝੰਗ ਖੋਲ ਦੇ ਬੂਹੇ ਹੀਰਾਂ ਕੈਦੀ ਨੇ। ਪੰਜਾਬ ਦੇ ਕਿਹੜੇ ਹਿੱਸਿਆਂ 'ਚ ਮੁਸ਼ਾਇਰਾ ਕਵੀ ਦਰਬਾਰ ਵਗੈਰਾ ਕਰ ਚੁੱਕੇ ਹੋ? ਦੇਖੋ ਜੀ, ਸਾਡਾ ਐਕਚੁਅਲੀ ਇੱਕ ਤਾਂ ਇਹ ਦੇਖਣਾ ਪੈਂਦਾ ਕਿ ਸ਼ਾਇਰੀ ਸ਼ਾਇਰ ਨੂੰ ਮਿਲਦੀ ਕਿੱਥੇ ਆ। ਕੱਲੀ ਆਪਣੀ ਸ਼ਾਇਰੀ ਦੇ ਲਈ ਨਹੀਂ ਅਸੀਂ ਕਿ ਸ਼ਾਇਰ ਉਹ ਹੁੰਦਾ ਕਿ ਜਿਹੜਾ ਆਪਣੀ ਸ਼ਾਇਰੀ ਨਾ ਸੁਣਾਉਣ ਦੇ ਇਹ ਹੁੰਦਾ ਕਿ ਆਪਣੀ ਸ਼ਾਇਰੀ ਨਾ ਜ਼ਿਆਦਾ ਸੁਣਾਈ ਜਾਵੇ, ਸੁਣਿਆ ਜਾਵੇ ਔਰ ਸ਼ਾਇਰ ਵਧੀਆ ਉਹਨੂੰ ਲੱਭ ਸਕਣ ਕਿਤੋਂ ਨਾ ਕਿਤੋਂ। ਸੋ ਸਮਾਜ ਦੇ ਵਿੱਚ ਇਹ ਦੇਖ ਕੇ ਹਰ ਸ਼ਾਇਰ ਨੂੰ ਜਾਂ ਇੱਕ ਪੁਖਤਾ ਸ਼ਾਇਰ ਨੂੰ ਇਹ ਲੱਗਦਾ ਕਿ ਮੈਂ ਸਮਾਜ ਦੇ ਵਿੱਚ ਫਿੱਟ ਨਹੀਂ ਹੋ ਸਕਿਆ। ਮੈਨੂੰ ਵੀ ਬਹੁਤ ਲੱਗਦਾ ਔਰ ਮੈਂ ਤਕਰੀਬਨ ਸੋਚਦਾ ਹੁੰਦਾ ਕਿ ਇਹ ਕੰਮਾਂ ਕਾਰਾਂ ਦੇ ਵਿੱਚ ਪਏ ਆ, ਇਹ ਆਖਰ ਕਿਸ ਚੀਜ਼ ਲਈ ਨੇ। ਵੀ ਇੱਕ ਰੋਟੀ ਮਿਲੀ ਜਾਵੇ, ਕੱਪੜਾ ਮਿਲੀ ਜਾਵੇ, ਹੋਰ ਇਸ ਤੋਂ ਇਲਾਵਾ ਕੋਈ ਚੀਜ਼ ਦੀ ਇੱਛਾ ਨਹੀਂ। ਕਿਸੇ ਸ਼ਾਇਰ ਨੇ ਖੂਬ ਕਿਹਾ ਹੈ, ਜੇ ਤੇਰੇ ਸ਼ਬਦ ਨਹੀਂ ਹਨ ਕੂਕਦੇ ਤਾਂ ਆਪਣੀ ਸ਼ਾਇਰੀ ਨੂੰ ਅੱਗ ਲਾ ਕੇ ਫੂਕ ਦੇ। ਜੇ ਤੁਹਾਡੀ ਸ਼ਾਇਰੀ ਵਿੱਚ ਸ਼ਬਦ ਐਸੇ ਨਾ ਹੋਣ ਤਾਂ ਕਿ ਲੋਕਾਂ ਤੱਕ ਪਹੁੰਚ ਸਕਣ, ਲੋਕ ਉਸ ਦਾ ਭਾਵ ਮਤਲਬ ਸਮਝ ਸਕਦੇ, ਤਾਂ ਅਜਿਹੀ ਸ਼ਾਇਰੀ ਦਾ ਕੋਈ ਫਾਇਦਾ ਨਹੀਂ ਹੈ। ਪਰ ਅਸੀਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਜਿਹੇ ਸ਼ਾਇਰ ਨਾਲ, ਰਾਈਟਰ ਨਾਲ, ਕਵੀ ਨਾਲ, ਜਿਨ੍ਹਾਂ ਦੇ ਸ਼ਬਦ ਬੋਲ ਕੂਕਦੇ ਵੀ ਨੇ ਤੇ ਸਿੱਧਾ ਦਿਲ ਤੇ ਰਾਜ ਵੀ ਕਰਦੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਰਾਈਟਰ, ਸ਼ਾਇਰ, ਕਵੀ ਸ਼ਿਵਰਾਜ ਲੁਧਿਆਣਵੀ ਜੀ। ਪੰਜਾਬ ਦਾ ਸਿਰਮੌਰ ਕਵੀ ਹੈ ਸ਼ਿਵਰਾਜ। ਪੰਜਾਬ ਦੀ ਕਵਿਤਾ ਦਾ ਮਹਿਕਦਾ ਫੁੱਲ ਹੈ ਸ਼ਿਵਰਾਜ। ਸ਼ਿਵਰਾਜ ਲੁਧਿਆਣਵੀ ਜੀ, ਤੁਹਾਡਾ ਵਰਲਡ ਏਸ਼ੀਆ ਟੀਵੀ ਦੇ ਸ਼ੋਅ ਲੈਟਸ ਮੀਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ ਤੁਹਾਡੀ, ਅੱਜ ਅਸੀਂ ਇਕੱਠੇ ਹੋਏ ਹਾਂ ਜੀ, ਬਹੁਤ ਚੰਗਾ ਲੱਗਿਆ। ਸ਼ਿਵਰਾਜ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਤੁਹਾਡੀ ਇਸ ਸ਼ਾਇਰੀ ਦੀ, ਕਵਿਤਾ ਦੀ, ਰਾਈਟਰ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ? ਦੇਖੋ ਜੀ, ਸ਼ੁਰੂਆਤ ਕਦੇ ਵੀ ਕਿਸੇ ਸ਼ਾਇਰ ਦੀ ਜਿਹੜੀ ਹੁੰਦੀ ਹੈ ਉਹ ਇੱਕ ਜਿਹੜੀ ਪੱਕੀ ਕੋਈ ਇਹਦੀ ਤਾਰੀਖ ਨਹੀਂ ਹੁੰਦੀ। ਮੈਂ ਤਾਂ ਸਮਝਦਾ ਕਿ ਜਿਹੜਾ ਸ਼ਾਇਰ ਹੁੰਦਾ ਉਹ ਮਾਂ ਦੇ ਢਿੱਡ ਚੋਂ ਹੀ ਸ਼ਾਇਰ ਹੋ ਕੇ ਆਉਂਦਾ। ਸੋ ਇਹ ਕੁਦਰਤ ਦੇ ਨਾਲ ਉਹਦੇ ਸਮਾਜ ਦੇ ਪ੍ਰਤੀ ਜਿਹੜਾ ਉਹਦਾ ਨਜ਼ਰੀਆ ਹੁੰਦਾ ਜਾਂ ਉਹਦੇ ਅੰਦਰ ਕੀ ਭਾਵਨਾਵਾਂ ਕਦੋਂ ਉੱਠਦੀਆਂ ਨੇ, ਤੇ ਅਸੀਂ ਕਈ ਵਾਰ ਅਸੀਂ ਇਹ ਕਹਿ ਨਹੀਂ ਸਕਦੇ। ਕੋਈ ਬੱਚਾ ਵੀ ਸਾਡੇ ਤੋਂ ਇੱਕ ਪੁਖਤਾ ਸ਼ਾਇਰ ਦੇ ਸਾਹਮਣੇ ਕੋਈ ਬੱਚਾ ਵੀ ਐਸਾ ਸ਼ੇਰ ਕਹਿ ਜਾਂਦਾ ਕਿ ਉਹਨੇ ਸਾਰੀ ਉਮਰ ਨਹੀਂ ਸੋਚਿਆ ਹੁੰਦਾ ਕਿ ਮੈਂ ਕਾਸ਼ ਇਹ ਕਿਹਾ ਹੁੰਦਾ। ਸੋ ਵੈਸੇ ਤਾਂ ਜੇ ਉੱਦਾਂ ਆਪਾਂ ਗੱਲ ਕਰਨੀ ਹੋਵੇ ਤਾਂ ਮੈਂ ਤਕਰੀਬਨ 8ਵੀਂ ਜਮਾਤ ਦੇ ਵਿੱਚੋਂ ਹੀ ਮੈਂ ਲਿਖਣਾ ਸ਼ੁਰੂ ਕਰਤਾ ਸੀ। ਜਦੋਂ ਪਹਿਲੀ ਕਵਿਤਾ ਲਿਖੀ ਸੀ ਉਹ ਉੱਥੇ ਤੱਕ ਮੈਨੂੰ ਯਾਦ ਆ, ਫਿਰ ਸਫ਼ਰ ਅੱਗੇ ਚੱਲਦਾ ਰਿਹਾ ਜੀ। ਇਹ ਕੁਛ ਬੋਲ ਲਫ਼ਜ਼ ਦੱਸੋਗੇ ਉਸ ਕਵਿਤਾ ਦੇ ਜੋ ਤੁਸੀਂ ਸਟਾਰਟਿੰਗ 'ਚ ਬੋਲੇ ਸੀਗੇ, ਲਿਖੇ ਸੀਗੇ? ਹਾਂਜੀ, ਵੈਸੇ ਜ਼ਿਆਦਾ ਤਾਂ ਯਾਦ ਨਹੀਂ ਰਹਿੰਦੀਆਂ ਆਪਣੀ। ਉਹਦਾ ਚਾਰ ਕੁ ਮਿਸਰੇ ਮੇਰੇ ਖਿਆਲ ਯਾਦ ਨੇ ਮੈਨੂੰ ਕਿ ਇੱਕ ਸੇਜ ਮੇਰੀ ਬੰਜਰ ਹੋਈ ਤੇ ਦੂਜੀ ਸੇਜ ਤਿਆਰ ਹੋਈ, ਮੈਂ ਦੁਲਹਨ 100 ਵਾਰ ਬਣੀ ਤੇ ਮੈਂ ਵਿਧਵਾ ਲੱਖ ਵਾਰ ਹੋਈ। ਨਾ ਮਰਿਆਂ ਵਿੱਚ ਨਾ ਜਿਉਂਦਿਆਂ ਵਿੱਚ ਮੈਂ ਪੱਥਰਾਂ ਵਿੱਚ ਪਥਰਾ ਗਈਆਂ, ਜਿੱਥੇ ਫੁੱਲਾਂ ਵਿੱਚ ਨਾ ਮਹਿਕ ਕੋਈ ਮੈਂ ਉਹ ਬਾਗਾਂ ਵਿੱਚ ਆ ਗਈਆਂ। ਮੈਨੂੰ ਜਿਸ ਨੇ ਦਿਲ ਜਿੱਤਿਆ ਸੀ ਆਖਰ ਉਹਨਾਂ ਤੋਂ ਹਾਰ ਹੋਈ, ਮੈਂ ਬਿਰਹੋਂ ਡੰਗੀ ਉਹ ਰੁੱਤ ਹਾਂ ਜੋ ਆਉਂਦੀ ਜਾਂਦੀ ਵਾਰ ਹੋਈ। ਬਹੁਤ ਖੂਬ ਸ਼ਿਵਰਾਜ ਜੀ। ਸ਼ਿਵਰਾਜ ਜੀ, ਤੁਸੀਂ ਅੱਜ ਤੱਕ ਹੁਣ ਕਿੰਨੀ ਕੁ ਬੁੱਕਸ ਲਿਖ ਚੁੱਕੇ ਹੋ? ਮੇਰੀਆਂ ਜੀ 4 ਕਿਤਾਬਾਂ ਹੁਣ ਤੱਕ ਜੀ ਮੈਂ ਜਿਹੜੀਆਂ ਆ ਚੁੱਕੀਆਂ ਨੇ, ਤੇ ਬਾਕੀ ਮੇਰਾ ਇੱਕ ਮਹਾਕਾਵ ਆ ਜੀ, ਉਹਦੀ ਤਿਆਰੀ ਚੱਲ ਰਹੀ ਹੈ। ਇੱਕ ਹੋਰ ਕਿਤਾਬ ਆ ਜੀ ਮੇਰੀ ਗਜ਼ਲ ਦੀ ਤੇ ਕਵਿਤਾ ਦੀ।
ਸੋ 4 ਕਿਤਾਬਾਂ ਮੇਰੀਆਂ ਨੇ ਜੀ, ਪ੍ਰੀਤਮਣੀ, ਮੈਂ ਪੂਰਨ ਔਰ ਕਲੰਦਰੀ ਤੇ ਉਸਤਤ ਚੌਥੀ ਜਿਹੜੀ ਆਈ ਹੈ। ਹਾਂਜੀ, ਇਹ 4 ਕਿਤਾਬਾਂ ਜੀ। ਸ਼ਿਵਰਾਜ ਜੀ, ਤੁਸੀਂ ਹੁਣ ਤੱਕ ਕਿਹੜੀ ਜਗ੍ਹਾ ਪੰਜਾਬ ਦੇ ਕਿਹੜੇ ਹਿੱਸਿਆਂ 'ਚ ਮੁਸ਼ਾਇਰਾ, ਕਵੀ ਦਰਬਾਰ ਵਗੈਰਾ ਕਰ ਚੁੱਕੇ ਹੋ? ਦੇਖੋ ਜੀ, ਸਾਡਾ ਐਕਚੁਅਲੀ ਇੱਕ ਤਾਂ ਇਹ ਦੇਖਣਾ ਪੈਂਦਾ ਕਿ ਸ਼ਾਇਰੀ ਸ਼ਾਇਰ ਨੂੰ ਮਿਲਦੀ ਕਿੱਥੇ ਆ। ਕੱਲੀ ਆਪਣੀ ਸ਼ਾਇਰੀ ਦੇ ਲਈ ਨਹੀਂ ਅਸੀਂ ਕਿ ਸ਼ਾਇਰ ਉਹ ਹੁੰਦਾ ਕਿ ਜਿਹੜਾ ਆਪਣੀ ਸ਼ਾਇਰੀ ਨਾ ਸੁਣਾਉਣ ਦੇ ਇਹ ਹੁੰਦਾ ਕਿ ਆਪਣੀ ਸ਼ਾਇਰੀ ਨਾ ਜ਼ਿਆਦਾ ਸੁਣਾਈ ਜਾਵੇ, ਸੁਣਿਆ ਜਾਵੇ ਔਰ ਸ਼ਾਇਰ ਵਧੀਆ ਉਹਨੂੰ ਲੱਭ ਸਕਣ ਕਿਤੋਂ ਨਾ ਕਿਤੋਂ। ਸੋ ਜਿੱਥੇ ਵੀ ਕੋਈ ਚੰਗੇ ਸ਼ਾਇਰ ਜਿਹੜੇ ਹੁੰਦੇ ਨੇ, ਜਿੱਥੇ ਵੀ ਹੋਣ, ਤੇ ਉੱਥੇ ਜੇ ਸਾਨੂੰ ਕਿਤੇ ਬੁਲਾਇਆ ਜਾਵੇ ਤਾਂ ਅਸੀਂ ਬੜਾ ਖੁਸ਼ ਹੋ ਕੇ ਜਾਈਦਾ, ਕਿਉਂਕਿ ਉੱਥੇ ਸ਼ਾਇਰੀ ਜ਼ਿਆਦਾ ਉੱਥੋਂ ਕੁਝ ਸਿੱਖ ਕੇ ਆਈਦਾ, ਕੁਝ ਲੈ ਕੇ ਆਈਦਾ। ਇੱਕ ਸ਼ਾਇਰ ਨੂੰ ਸਰੋਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਹਾਂਜੀ, ਸ਼ਾਇਰ ਆ ਜਿਹੜਾ ਉਹ ਇੱਕ ਪਾਠਕ ਵੀ ਹੋਣਾ ਚਾਹੀਦਾ, ਸਰੋਤਾ ਵੀ ਹੋਣਾ ਚਾਹੀਦਾ। ਹਾਂਜੀ, ਸੋ ਪੰਜਾਬ ਦੇ ਵਿੱਚ ਤਕਰੀਬਨ ਹਰ ਜਗ੍ਹਾ ਦੇ ਵਿੱਚ ਸ਼ਾਇਰੀ ਦੇਖੀ, ਸੁਣੀ, ਚੰਗੇ ਸ਼ਾਇਰ ਸੁਣੇ ਔਰ ਆਪ ਵੀ ਗਏ ਆ ਮੁਸ਼ਾਇਰਿਆਂ 'ਤੇ, ਬੁਲਾਇਆ ਵੀ ਗਿਆ, ਤੇ ਤਕਰੀਬਨ ਹਰ ਕੋਨੇ ਦੇ ਵਿੱਚ, ਪੰਜਾਬ ਤੋਂ ਬਾਹਰ ਵੀ ਅਸੀਂ ਕਾਫੀ ਮੁਸ਼ਾਇਰਿਆਂ ਦੇ ਵਿੱਚ ਸ਼ਿਰਕਤ ਕੀਤੀ ਹੈ। ਸੋ ਕਈ ਉਰਦੂ ਦੇ ਮੁਸ਼ਾਇਰੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਇੱਕ ਪੰਜਾਬ ਦਾ ਸ਼ਾਇਰ ਵੀ ਬੁਲਾ ਲਿਆ ਜਾਣਾ, ਜਾਂ ਜਿਵੇਂ ਮੰਨ ਲਓ ਦਿੱਲੀ, ਕੈਥਲ, ਹਿਸਾਰ, ਇਹੋ ਜਿਹੀ ਜਗ੍ਹਾ 'ਤੇ ਅਸੀਂ ਕਾਫੀ ਮਤਲਬ ਦੋਸਤ ਮਿੱਤਰ ਇਕੱਠੇ ਹੋ ਕੇ ਜਾਂਦੇ ਰਹੇ। ਤੋ ਸ਼ਿਵਰਾਜ ਜੀ, ਹੁਣ ਤੁਹਾਡੀ ਆਪਣੀ ਫੈਮਿਲੀ ਬੈਕਗ੍ਰਾਉਂਡ ਬਾਰੇ ਕੁਝ ਦੱਸੋ ਕਿ? ਹਾਂਜੀ, ਦੇਖੋ ਮੇਰਾ ਤਖੱਲਸ ਆ ਜਿਹੜਾ ਲੁਧਿਆਣਵੀ ਇਸੇ ਕਰਕੇ ਆ ਜੀ, ਕਿਉਂਕਿ ਮੈਂ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀ ਸਾਡਾ ਮੁੱਲਾਪੁਰ ਦਾਖਾ ਦੇ ਕੋਲ, ਤੇ ਜੱਦੀ ਪਿੰਡ ਮੇਰੇ ਜਿਹੜੇ ਦਾਦਕੇ ਨੇ ਔਰ ਉੱਥੋਂ ਦਾ ਹਾਂ ਮੈਂ। ਤੇ ਔਰ ਜਿਹੜੇ ਮੇਰਾ ਜਨਮ ਦੀ ਗੱਲ ਆ, ਉਹ ਮੇਰਾ ਜਨਮ ਹੋਇਆ ਜੀ ਮੇਰੇ ਨਾਨਕੇ ਘਰ ਤਲਵੰਡੀ ਮਲਕਾ, ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ, ਤੇ ਉੱਥੇ ਜਨਮ ਹੋਇਆ ਜੀ ਮੇਰਾ। ਔਰ ਪਰਿਵਾਰ ਸਾਡਾ ਸੁੱਖ ਨਾਲ ਕਾਫੀ ਵੱਡਾ ਸੀਗਾ, ਔਰ ਕਹਿ ਲਓ ਕਿ ਜਿਵੇਂ ਪੁਰਾਣੇ ਸਮਿਆਂ 'ਚ ਹੁੰਦਾ ਸੀਗਾ ਕਿ ਸਾਡੇ ਹੁਣ ਪਰਿਵਾਰ ਵੱਡੇ ਵੱਡੇ ਹੋਣੇ, ਤੇ ਫਾਦਰ ਸਾਹਿਬ ਦੇ ਭਰਾ 6 ਭਰਾ ਤੇ 5 ਭੈਣਾਂ, ਤੇ ਉਸ ਵੱਡੇ ਮਾਹੌਲ ਦੇ ਵਿੱਚ ਸਾਂਝੇ ਘਰਾਂ ਦੇ ਵਿੱਚੋਂ ਨਿਕਲ ਕੇ ਆਏ ਹੋਏ ਜੀ। ਅਸੀਂ ਤਰਬੀਅਤ ਦੇ ਅੱਗੇ ਧਾਰਨੀ ਹੋਏ ਕਿ ਅਸੀਂ ਕਿਸ ਤਰ੍ਹਾਂ ਵੀ ਹਰ ਚੀਜ਼ ਨੂੰ ਸਿੱਖਣਾ, ਘਰਾਂ ਦੀ ਜਿਹੜੀਆਂ ਗੱਲਾਂ ਆਪਸ ਦੇ ਵਿੱਚ। ਸੋ ਅੱਜ ਕੱਲ੍ਹ ਜਿਹੜੇ ਮਾਹੌਲ ਦੇ ਵਿੱਚ ਅਸੀਂ ਕਹਿ ਲਓ ਕਿ ਅਸੀਂ ਨਹੀਂ ਪਲੇ ਹੋਏ। ਬਿਲਕੁਲ। ਹਾਂਜੀ, ਸ਼ਿਵਰਾਜ ਜੀ, ਜਿਸ ਤਰ੍ਹਾਂ ਕਹਿੰਦਾ ਵੀ ਹਰੇਕ ਆਰਟ ਦਾ ਹਾਂਜੀ ਚਲਨ ਹੁੰਦਾ ਹੈ, ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ, ਕਿ ਤੁਹਾਡਾ ਵੀ ਕੋਈ ਇਸ ਤਰ੍ਹਾਂ ਹੈ, ਤੁਹਾਡੇ ਕੋਈ ਪੂਰਵਜ ਦਾਦਾ ਪੜਦਾਦਾ ਇਹ ਵੀ ਸ਼ਾਇਰੀ 'ਚ ਆਏ ਹੋਣ, ਉਹਨਾਂ ਨੇ ਕੁਛ ਸਿੱਖੀ ਹੋਈ ਤਾਂ ਉਹਨਾਂ ਦੀ ਦੇਣ ਤੁਹਾਨੂੰ ਹੈ? ਨਹੀਂ ਜੀ, ਮੇਰਾ ਖਿਆਲ ਹੈ ਕਿ ਮੈਂ ਅੱਜ ਤੱਕ ਮੇਰੇ ਪਰਿਵਾਰ ਦੇ ਵਿੱਚ ਕੋਈ ਐਸਾ ਨਹੀਂ ਹੋਇਆ ਜਿਸ ਨੇ ਕਦੇ ਸ਼ਾਇਰੀ ਜਾਂ ਸ਼ਾਇਰ ਹੋਇਆ ਹੋਵੇ, ਜਾਂ ਲਿਟਰੇਚਰ ਨਾਲ ਕੋਈ ਸਾਹਿਤ ਦੇ ਨਾਲ ਸੰਬੰਧ ਹੋਵੇ। ਸੋ ਮੈਨੂੰ ਨਹੀਂ ਪਤਾ। ਮੈਂ ਅਕਸਰ ਆਪਣੇ ਬਾਰੇ ਇਹ ਕਹਿਣਾ ਹੁੰਦਾ ਕਿ ਸ਼ਾਇਦ ਪਤਾ ਨਹੀਂ ਮੇਰੀ ਮਾਂ ਦੀ ਕਿਹੜੀ ਆਂਦਰ 'ਚ ਬਿਰਹਾ ਸੀ ਜੋ ਨਾੜੂਏ ਰਾਹੀਂ ਮੇਰੇ ਤੀਕ ਆ ਗਿਆ ਤੇ ਮੈਂ ਸ਼ਾਇਰ ਹੋ ਗਿਆ। ਹਾਂਜੀ ਸ਼ਿਵਰਾਜ ਜੀ, ਤੁਸੀਂ ਹਰੇਕ ਪਰਿਸਥਿਤੀ ਦੇ ਉੱਪਰ ਸ਼ਾਇਰੀ ਲਿਖੀ ਹੈ, ਸਮਾਜਿਕ, ਰਾਜਨੀਤਿਕ, ਹੈ ਨਾ, ਹਰੇਕ। ਤੁਸੀਂ ਉਹਨਾਂ ਵਿੱਚ ਕੋਈ ਸਮਾਜਿਕ ਤੇ ਕੁਰੀਤੀ ਦੇ ਉੱਪਰ ਕੁਝ ਦੱਸੋ? ਹਾਂਜੀ, ਦੇਖੋ ਸ਼ਾਇਰੀ ਹੈ ਜਿਹੜੀ ਅਸੀਂ ਅਕਸਰ ਕੋਈ ਮਾਹੌਲ ਨੂੰ ਦੇਖ ਕੇ ਪਰਪੱਕ ਹੋ ਕੇ ਜਾਂ ਕਿੱਦਾਂ ਵੀ ਅਸੀਂ ਜਾਂ ਇਹ ਨਹੀਂ ਸੋਚਿਆ ਹੁੰਦਾ ਕਿ ਕੋਈ ਘਟਨਾ ਵਾਪਰੇ ਤਾਂ ਅਸੀਂ ਸ਼ਾਇਰੀ ਲਿਖੀ। ਉਹ ਇੱਕ ਆਮਦ ਹੁੰਦੀ ਹੈ ਜੇ ਸਾਡੇ ਅੰਦਰ ਵਾਕਈ ਕਿਸੇ ਦੁੱਖ ਨੇ ਇੱਕ ਚੋਟ ਮਾਰੀ ਆ, ਕਿਸੇ ਸਮਾਜਿਕ ਕੁਰੀਤੀ ਨੇ ਚੋਟ ਮਾਰੀ ਹੈ, ਤੇ ਉਹਦੇ ਲਈ ਅਸੀਂ ਜ਼ਰੂਰ ਸ਼ਾਇਰੀ ਜਿਹੜੀ ਆ ਕੋਈ ਨਾ ਕੋਈ ਮਿਸਰੇ ਜੁੜਦੇ ਨੇ, ਫਿਰ ਉਹਨੂੰ ਅੱਗੇ ਵਧਾਈਦਾ। ਸੋ ਕਦੇ ਵੀ ਸੋਚ ਕੇ ਇਹ ਜ਼ਿਹਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਸ਼ਾਇਰੀ ਇਸ ਤਰ੍ਹਾਂ ਦੀ ਕੀਤੀ ਜਾਵੇ। ਸੋ ਲਿਖੀ ਜਾਈਦਾ ਜੀ। ਉਹ ਜਿਵੇਂ ਹੁਣ ਦੇਖੋ ਇੱਧਰ ਆਪਣੇ ਲਹਿੰਦਾ ਤੇ ਚੜ੍ਹਦਾ, ਅਸੀਂ ਕਹਿੰਦੇ ਹਾਂ ਪਾਕਿਸਤਾਨ ਦੇ ਪੰਜਾਬ ਨੂੰ ਅਸੀਂ ਕਹਿੰਦੇ ਹਾਂ ਕਿ ਲਹਿੰਦਾ ਇੱਧਰ ਚੜ੍ਹਦਾ, ਪਰ ਜਦੋਂ ਉੱਧਰੋਂ ਵੀ ਖਬਰਾਂ ਆਉਂਦੀਆਂ ਨੇ ਵੀ ਕਿਸੇ ਬੇਟੀ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ, ਜਾਂ ਇੱਧਰੋਂ ਵੀ ਹੁੰਦਾ ਕਿ ਕਿਸੇ ਬੇਟੀ ਦੇ ਨਾਲ ਕੋਈ ਵੀ ਜਦੋਂ ਜ਼ੁਲਮ ਹੁੰਦਾ ਕਿਸੇ ਬੇਟੀ 'ਤੇ, ਤਾਂ ਸ਼ਾਇਰੀ ਹੈ ਜਿਹੜੀ ਉਹ ਆਪਣੇ ਆਪ ਆਉਂਦੇ ਨੇ। ਹੁਣ ਮੈਂ ਇੱਕ ਸ਼ੇਰ ਤੁਹਾਨੂੰ ਦੱਸਦਾ ਕਿ ਫਿਰ ਸਾਨੂੰ ਇਹ ਪ੍ਰੇਮ ਆ ਜਿਹੜਾ ਉੱਧਰ ਦਾ ਆਪਸ 'ਚ ਸਾਡੇ ਅੰਦਰ ਘਰ ਕਰਦਾ ਕਿ ਅਸੀਂ ਉੱਧਰ ਵੀ ਸਾਡੇ ਆਪਣੇ ਇੱਧਰ ਵੀ, ਪਰ ਮੈਂ ਸਮਝਦਾ ਫਿਰ ਉਹ ਦੋਨੇ ਹੀ ਸਾਡੇ ਲਈ ਬੇਕਾਰ ਨੇ ਜੇ ਸਾਡੀਆਂ ਧੀਆਂ ਨੇ ਜਿਹੜੀਆਂ ਸੇਫ ਨਹੀਂ ਹੈਗੀਆਂ। ਸੋ ਮੇਰਾ ਇੱਕ ਸ਼ੇਰ ਸੀ ਕਿ ਗੋਲੀ ਵੱਜੇ ਚੜ੍ਹਦੇ ਨੂੰ ਤੇ ਲਹਿੰਦਾ ਹੋ ਜੇ ਗਰਕ ਜੇ ਧੀਆਂ ਸਹਿਕਦੀਆਂ, ਦੋਵਾਂ ਨੂੰ ਮੈਂ ਬੁੱਚੜ ਸੱਦਾਂ ਕੁਝ ਵੀ ਨਹੀਂ ਉਹ ਫਰਕ ਜੇ ਧੀਆਂ ਸਹਿਕਦੀਆਂ। ਸੋ ਮੈਂ
ਐਸੀ ਸ਼ਾਇਰੀ ਆਪਣੇ ਆਪ ਹੀ ਜਦੋਂ ਸਾਡੇ ਮਨ ਤੇ ਚੋਟ ਹੁੰਦੀ ਹੈ ਉਹ ਸ਼ਾਇਰੀ ਆਉਂਦੀ ਹੈ ਜੀ ਆਪਣੇ ਆਪ ਮੁਹਾਰਾ ਬਾਹਰ ਆ ਹਾਂਜੀ ਹਾਂਜੀ। ਇੱਕ ਤੁਹਾਡੇ ਸ਼ਾਇਰੀ ਚੋਂ ਮੈਂ 2-4 ਲਫ਼ਜ਼ ਸ਼ਬਦ ਪੜ੍ਹੇ ਸੀ, ਕੰਨਾਂ 'ਚ ਕੋਕਰੂ। ਹਾਂਜੀ। ਤੇ ਪਲੀਜ਼ ਉਹ ਥੋੜਾ ਦੱਸੋਗੇ ਜੀ ਅਗਰ? ਉਹ ਜੀ ਇਸ ਤਰ੍ਹਾਂ ਸੀਗਾ ਜੀ, ਉਹ ਮੈਂ ਐਕਚੁਅਲੀ ਮੇਰੀ ਇੱਕ ਥੋੜੀ ਜਿਹੀ ਘਾਟ ਰਹੀ ਹੈ ਕਿ ਜ਼ਿਹਨੀ ਤੌਰ ਤੇ ਮੈਂ ਕਦੇ ਨਾ ਸ਼ਾਇਰੀ ਜਿਹੜੀ ਮੇਰੀ ਯਾਦ ਨਹੀਂ ਹੁੰਦੀ ਮੈਨੂੰ। ਤੇ ਪੰਜਾਬ ਬਾਰੇ ਜੋ ਅਸੀਂ ਲਿਖਦੇ ਹਾਂ ਜੀ ਉਹ ਕਿਤਾਬਾਂ ਦੇ ਵਿੱਚ ਹੁੰਦੇ ਨੇ ਜੀ ਜ਼ਿਆਦਾਤਰ। ਤੇ ਉਹ ਫਿਰ ਜਦੋਂ ਵੀ ਕੋਈ ਕੋਟ ਕਰਦਾ ਮੈਨੂੰ ਪੜ੍ਹਦਾ ਜਾਂ ਕੁਝ, ਉਹ ਫਿਰ ਸ਼ਾਇਰੀ ਉਹਦੇ ਵਿੱਚ ਜ਼ਰੂਰ ਉਹ ਆਉਂਦੀ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੰਨਾਂ 'ਚ, ਇਹ ਪੰਜਾਬ ਦੀ ਗੱਲ ਹੋਈ ਸੀਗੀ। ਤੇ ਇਹ ਕਿਤਾਬ ਦੇ ਸਟਾਰਟਿੰਗ ਦੇ ਵਿੱਚ ਵੀ ਕਿਸੇ ਨੇ ਕੋਟ ਕੀਤੀ ਹੋਈ ਹੈ ਜੀ ਕਿ ਕੰਨੀ ਕੋਕਰੂ ਸਿਰਾਂ ਤੇ ਫੁੱਲ ਸੱਗੀਆਂ, ਕਿੱਥੇ ਡੋਰੀਏ ਪਰਾਂਦੇ ਫੁਲਕਾਰੀਆਂ, ਕੱਚੇ ਵਿਹੜਿਆਂ 'ਚ ਪਾਉਂਦੀਆਂ ਜੋ ਕਿੱਕਲੀ, ਕਿੱਥੇ ਗਈਆਂ ਉਹ ਕੁੜੀਆਂ ਕੁਵਾਰੀਆਂ। ਸੋ ਗੱਲ ਪੰਜਾਬ ਦੀ ਕੀਤੀ ਗਈ, ਸਾਡੇ ਵਿਰਾਸਤ ਦੀ, ਸਾਡੇ ਵਿਰਸੇ ਦੀ। ਤੇ ਪਰ ਸਮੇਂ ਦੇ ਨਾਲ ਜੀ ਸਾਰਾ ਕੁਝ ਜਦੋਂ ਤਰੱਕੀ ਕਰਦਾ ਤੇ ਸਾਨੂੰ ਉਹਦੇ ਨਾਲ ਵੀ ਚੱਲਣਾ ਪੈਂਦਾ, ਮਸ਼ੀਨੀ ਯੁੱਗ ਹੈ। ਬਿਲਕੁਲ ਜੀ, ਆਪਣੇ ਕਲਚਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਹਾਂਜੀ ਹਾਂਜੀ। ਮਸ਼ੀਨੀ ਯੁੱਗ ਨਾਲ ਚੇਂਜ ਹੋਣਾ ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ, ਬਟ ਬਦਲਾਵ ਜ਼ਰੂਰੀ ਹੈ। ਕਲਚਰ ਨੂੰ ਵੀ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਬਦਲਾਵ ਜ਼ਰੂਰੀ ਹੈ ਜੀ। ਸ਼ਿਵਰਾਜ ਜੀ, ਤੁਸੀਂ ਸਾਡੇ ਦਰਸ਼ਕਾਂ ਪਾਠਕਾਂ ਨੂੰ ਦੱਸੋਗੇ ਤੁਹਾਡਾ ਬਾਏ ਪ੍ਰੋਫੈਸ਼ਨ ਕੀ ਕੰਮ ਹੈ? ਬਾਈ ਪ੍ਰੋਫੈਸ਼ਨ ਜੀ, ਜਦੋਂ ਅਕਸਰ ਕਦੇ ਸਾਹਿਤਕ ਲੋਕਾਂ ਨਾਲ ਵੀ ਗੱਲ ਹੁੰਦੀ ਹੈ ਤਾਂ ਉਹ ਹੱਸਦੇ ਨੇ ਕਈ ਵਾਰ ਮੇਰੇ ਨਾਲ ਕਿ ਯਾਰ ਸ਼ਾਇਰੀ ਨਾਲ ਤੇਰੇ ਇਸ ਕੰਮ ਦਾ ਕੀ ਮੇਲ। ਮੈਂ ਬਾਈ ਪ੍ਰੋਫੈਸ਼ਨ ਜੀ ਅਕਾਊਂਟੈਂਟ ਹਾਂ ਔਰ ਤਕਰੀਬਨ 20 ਸਾਲ ਤੋਂ ਮੈਂ ਇਸ ਲਾਈਨ ਦੇ ਵਿੱਚ ਹਾਂ। ਸੇਲ ਟੈਕਸ, ਇਨਕਮ ਟੈਕਸ ਦੇ ਨਾਲ ਰੋਜ਼ ਵਾਹ ਪੈਂਦਾ। ਔਰ ਬੜੀ ਬਰੀਕੀ ਦਾ ਕੰਮ ਆ, ਤੁਸੀਂ ਵੀ ਜਾਣਦੇ ਹੋ। ਹਾਂ, ਉਹੀ ਸੋਚਣ ਵਾਲੀ ਗੱਲ ਹੈ ਵੀ ਇੰਨਾ ਬਰਡਨ ਵਾਲਾ ਕੰਮ ਹੈ, ਕਹਿ ਸਕਦੇ ਆਪਾਂ ਇਹਨੂੰ, ਜ਼ਿੰਮੇਵਾਰੀ ਵਾਲਾ ਕੰਮ ਹੈ। ਬਿਲਕੁਲ ਜੀ ਬਿਲਕੁਲ। ਪਰ ਇੰਨੇ ਬਿਜ਼ੀ ਸ਼ਡਿਊਲ ਵਿੱਚੋਂ ਤੁਸੀਂ ਕਿਸ ਤਰ੍ਹਾਂ ਟਾਈਮ ਨਿਕਾਲ ਲੈਂਦੇ ਹੋ ਕਿ ਸ਼ਾਇਰੀ ਵਾਸਤੇ, ਕਵਿਤਾ, ਪੋਇਟਰੀ ਵਾਸਤੇ ਟਾਈਮ ਨਿਕਾਲਦੇ ਹੋ? ਦੇਖੋ ਜੀ, ਅਕਸਰ ਇਹ ਗੱਲਾਂ ਪੁੱਛੀਆਂ ਜਾਂਦੀਆਂ ਨੇ, ਮੈਂ ਵੀ ਸੁਣਦਾ ਕਈ ਵਾਰ। ਸ਼ਾਇਰੀ ਮੈਂ ਸਮਝਦਾ ਕਿ ਕੋਈ ਸ਼ਾਇਰੀ ਕੰਮ ਨਹੀਂ ਹੈ ਕਿ ਇਹਦੇ ਲਈ ਟਾਈਮ ਕੱਢਿਆ ਜਾਏ। ਸ਼ਾਇਰੀ ਆਪਣੇ ਆਪ ਹੀ ਤੁਹਾਨੂੰ ਵਕਤ ਤੁਹਾਡਾ ਕਢਵਾ ਲੈਂਦੀ ਹੈ, ਤੁਹਾਨੂੰ ਬਿਠਾ ਲੈਂਦੀ ਹੈ, ਵਿਹਲਾ ਕਰ ਲੈਂਦੀ ਹੈ ਕਿਸੇ ਵੀ ਤੁਸੀਂ ਕੰਮ 'ਚ ਰੁੱਝੇ ਹੋਵੋ। ਔਰ ਸ਼ਾਇਰੀ ਜਿਹੜੀ ਆ ਕਿ ਤੁਹਾਨੂੰ ਤੰਗ ਨਹੀਂ ਕਰਦੀ ਕਿ ਸਾਡਾ ਕੰਮ ਦੇ ਵਿੱਚ ਸਾਡਾ ਧਿਆਨ ਘਟ ਗਿਆ। ਜਿਹੜਾ ਇੱਕ ਸ਼ੇਰ ਆ, ਜਦੋਂ ਆਮਦ ਹੁੰਦੀ ਆ, ਕੋਈ ਮਿਸਰਾ ਹੁੰਦਾ, ਉਹ ਜ਼ਿਹਨ ਦੇ ਵਿੱਚ ਚੱਲਦਾ ਰਹਿੰਦਾ। ਤੇ ਸ਼ਾਇਰ ਕਿਸੇ ਨਾ ਕਿਸੇ ਬਹੁਤ ਜ਼ਰੂਰੀ ਕੰਮ 'ਚੋਂ ਅੱਖ ਬਚਾ ਕੇ ਉਹ ਇੱਕ ਮਿਸਰਾ ਵੀ ਨੋਟ ਕਰ ਲਵੇ ਨਾ। ਹਾਂਜੀ, ਜਿਵੇਂ ਚੱਲਦੇ ਚੱਲਦੇ ਕਈ ਵਾਰ ਰੋਡ ਦੇ ਉੱਤੇ ਅਸੀਂ ਡਰਾਈਵਿੰਗ ਕਰਦੇ ਚਲੇ ਜਾਂਦੇ ਹਾਂ। ਹੁਣ ਤਾਂ ਫੋਨ ਆ ਗਏ, ਕੋਈ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ। ਜਦੋਂ ਮੇਰਾ ਸ਼ੁਰੂਆਤ ਦੇ ਦਿਨਾਂ 'ਚ ਕਿਸੇ ਸ਼ਾਪ ਤੇ ਜਾਣਾ, ਉੱਥੋਂ ਕੋਈ ਕਾਗਜ਼ ਮੰਗ ਲੈਣਾ ਜਾਂ ਵੈਸੇ ਕੋਈ ਚੀਜ਼ ਖਰੀਦ ਲੈਣੀ, ਕੋਈ ਕਾਗਜ਼ ਮੰਗ ਲੈਣਾ ਕਿ ਇੱਕ ਸ਼ੇਰ ਆ ਰਿਹਾ, ਫਟਾਫਟ ਇਹਨੂੰ ਲਿਖ ਲਓ, ਕਿਉਂਕਿ ਉਹ ਥੋੜੀ ਦੇਰ ਲਈ ਹੁੰਦਾ, ਉਸ ਤੋਂ ਬਾਅਦ ਉਹ ਸ਼ੇਰ ਚਲਾ ਜਾਂਦਾ, ਫਿਰ ਤੁਹਾਡੇ ਕੋਲ ਉਹ ਤੁਹਾਡੇ ਕੋਲ ਵਾਪਸ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਜੀ ਪਤਾ ਨਹੀਂ ਹੁੰਦਾ। ਹੁਣ ਮੈਂ ਮੰਨ ਲਓ ਤੁਹਾਡੇ ਨਾਲ ਗੱਲ ਕਰ ਰਿਹਾ, ਇੱਕ ਐਸਾ ਅਵਚੇਤਨ ਜਾਂ ਕਹਿ ਲਓ ਕਿ ਅੰਦਰ ਇੱਕ ਸ਼ੇਰ ਕੋਈ ਨਾ ਕੋਈ ਐਸਾ ਚੱਲਦਾ ਰਹਿਣਾ ਕਿ ਉਹ ਤੁਹਾਡੇ ਨਾਲ ਗੱਲਾਂ ਦੇ ਵਿੱਚ ਵੀ ਉਹ ਚੱਲਦਾ ਰਹਿਣਾ। ਕੁਝ ਵਰਡ ਸ਼ਬਦ ਐਸਾ ਆ ਗਿਆ ਹਾਂਜੀ ਹਾਂਜੀ ਜੀ ਤੋਂ ਆਪਾਂ ਸ਼ੇਰ ਸ਼ੁਰੂ ਕਰ ਲੈ, ਬਣਾ ਲੈਣਾ। ਹਾਂਜੀ ਹਾਂਜੀ ਬਿਲਕੁਲ। ਸ਼ਿਵਰਾਜ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਇੱਕ ਸ਼ਾਇਰ ਨੂੰ ਹਾਂਜੀ ਸ਼ਬਦ ਤੋਂ ਲੈ ਕੇ, ਲਿਖਣ ਤੋਂ ਲੈ ਕੇ ਬੁੱਕ ਤੱਕ, ਪਬਲਿਸ਼ ਹੋਣ ਤੱਕ, ਫਿਰ ਪਾਠਕਾਂ ਦੇ ਹੱਥਾਂ ਤੱਕ ਪਹੁੰਚਣ ਲਈ ਕੀ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ? ਅੱਜ ਕੱਲ ਇੱਕ ਮੈਂ ਇਹ ਰੁਝਾਨ ਦੇਖ ਰਿਹਾ ਜੀ, ਸਾਹਿਤਕ ਜਿਹੜਾ ਮਾਹੌਲ ਬਣਿਆ ਹੋਇਆ, ਤੇ ਅਸਲ ਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਸ਼ਾਇਰੀ ਜਾਂ ਪੜ੍ਹ ਬਹੁਤ ਰਹੇ ਨੇ, ਮੁੰਡੇ ਕੁੜੀਆਂ ਲਿਖ ਬਹੁਤ ਰਹੇ ਨੇ, ਪਰ ਅਸਲ ਦੇ ਵਿੱਚ ਉਹ ਜਿਹੜੀ ਕਹਿ ਲਓ ਕਿ ਉਹਦੀ ਕੁਆਂਟੀਟੀ ਹੈ ਨਾ ਇੱਕ, ਉਹ ਬਹੁਤ ਜ਼ਿਆਦਾ, ਪਰ ਕੁਆਲਿਟੀ ਹੈ ਨਹੀਂ। ਸੋ ਜਦੋਂ ਮੈਂ ਕਿਤਾਬ ਬਾਰੇ ਸੋਚਿਆ, ਮੈਂ ਤਕਰੀਬਨ ਪਹਿਲਾਂ ਤਾਂ 15 ਸਾਲ ਲਿਖਦਾ ਹੀ ਰਿਹਾ। ਉਸ ਤੋਂ ਬਾਅਦ ਜਦੋਂ ਹਰ ਬੰਦੇ ਨੂੰ ਇਹ ਚਾਹੀਦਾ, ਜਦੋਂ ਕੋਈ ਸ਼ਾਇਰ ਸੋਚਦਾ ਕਿ ਸ਼ਾਇਦ ਮੈਂ ਕੋਈ ਸ਼ੇਰ ਚੰਗਾ ਕਹਿ ਸਕਦਾ, ਕਿਉਂਕਿ ਆਪਣੇ ਆਪ ਤੋਂ ਵੱਧ ਸਾਨੂੰ ਕੋਈ ਹੋਰ ਜਾਣ ਨਹੀਂ ਸਕਦਾ, ਖੁਦ ਨੂੰ ਪਹਿਚਾਣ ਨਹੀਂ। ਹਾਂਜੀ, ਆਪਣੇ ਆਪ 'ਚ ਹੀ ਅੰਦਰ ਉਤਰਨਾ ਪੈਂਦਾ, ਕਿਉਂਕਿ ਸਾਡੇ ਅੰਦਰ ਹੀ ਸਭ ਕੁਝ ਹੈ, ਉਹੀ ਸਾਨੂੰ ਜਾਗਰਤੀ ਦਿੰਦਾ ਜਿਹੜੀ। ਸੋ ਆਪਣੀ ਚੀਜ਼ ਨੂੰ ਅਸੀਂ 100 ਵਾਰ ਪੜ੍ਹੀਏ, ਅਨੇਕਾਂ ਵਾਰ ਪੜ੍ਹਦੇ ਰਹੀਏ, ਪਤਾ ਲੱਗੇ। ਮੈਂ 5 ਸਾਲ ਪਹਿਲੀਆਂ ਚੀਜ਼ਾਂ, ਜਦੋਂ ਮੈਂ ਕਿਤਾਬ ਪਹਿਲੀ ਨਹੀਂ ਸੀ ਛਪੀ, 5 ਸਾਲ ਪਹਿਲੀਆਂ ਜੋ ਕੋਈ ਲਿਖਤਾਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਮੈਨੂੰ ਆਪਣੇ ਆਪ ਹਾਸਾ ਆਉਂਦਾ ਸੀ ਵੀ ਮੈਂ ਇਹ ਕੀ ਲਿਖਿਆ ਸੀ। ਸੋ ਜਿਹੜਾ ਕਿਤਾਬ ਦਾ ਪ੍ਰੋਸੈਸ ਹੈ ਜੀ, ਜਦੋਂ ਤੱਕ ਅਸੀਂ ਪੁਖਤਗੀ ਸਾਡੇ ਅੰਦਰ ਆਪਣੀਆਂ ਨਜ਼ਰਾਂ 'ਚ ਨਹੀਂ ਆਉਂਦੀ। ਅੱਜ ਕੱਲ੍ਹ ਸਮਾਜ ਦੀ ਜਿਹੜੀ ਧਿਰਾਂ ਬਣੀਆਂ ਹੋਈਆਂ, ਜਾਂ ਅਸੀਂ ਇਹ ਸੋਸ਼ਲ ਮੀਡੀਆ ਕਹਿ ਦਿੰਦੇ ਹਾਂ, ਇਹਦੇ ਵਿੱਚ ਤੁਹਾਡੇ ਨਾਲ 4 ਬੰਦੇ ਜੁੜੇ ਆ, ਉਹ ਤੁਹਾਡੀ ਕੋਈ ਚੀਜ਼ 'ਚ ਕੋਈ ਦਮ ਹੈ ਜਾਂ ਨਹੀਂ ਹੈ, ਪਰ ਉਹ ਤੁਹਾਨੂੰ
ਲਾਈਕ ਜਾਂ ਤੁਹਾਨੂੰ ਕਮੈਂਟ ਕਹਿ ਕੇ ਵਾਹ ਜ਼ਰੂਰ ਕਹਿ ਜਾਂਦੇ ਨੇ, ਪਰ ਉਹਨਾਂ ਦੇ ਉੱਤੇ ਸਾਨੂੰ ਨਹੀਂ ਜਾਣਾ ਚਾਹੀਦਾ। ਸਾਡੀ ਜਿਹੜੀ ਕਿਤਾਬ ਆ, ਹੁਣ ਮੈਂ 10 ਜਾਂ 15 ਸਾਲ ਬਾਅਦ ਇੱਕ ਕਿਤਾਬ ਜਿਹੜੀ ਪਹਿਲੀ ਸੀ ਪ੍ਰੀਤਮਣੀ, ਉਹ ਕਿਤਾਬ ਛਾਪੀ ਜੀ। ਤਕਰੀਬਨ 1000 ਕਵਿਤਾਵਾਂ ਦੇ ਵਿੱਚੋਂ ਬੜੀ ਮੁਸ਼ਕਲ 100 ਜਾਂ 125 ਕਵਿਤਾਵਾਂ ਨਿਕਲੀਆਂ ਸੀ। ਤੇ ਉਸ ਤੋਂ ਬਾਅਦ ਜਿਹੜਾ ਤੁਹਾਡੀ ਪਹਿਲੀ ਕਿਤਾਬ ਤੋਂ ਬਾਅਦ ਤੁਹਾਡਾ ਆਖਰੀ ਇੱਕ ਜਿਹੜਾ ਪਹਿਲਾ ਚੈਲੰਜ ਆ ਜਿਹੜਾ ਉਹ ਅਖੀਰ ਤੱਕ ਚੱਲਦਾ ਜੀ, ਉਹ ਸ਼ੁਰੂਆਤ ਹੁੰਦੀ ਹੈ ਜੀ। ਤੁਹਾਡੇ ਲਈ ਇੱਕ ਚੈਲੰਜ ਹੁੰਦਾ ਕਿ ਇਸ ਤੋਂ ਅੱਗੇ ਹੁਣ ਜਿਹੜੀ ਅਸੀਂ ਕਿਤਾਬ ਲੈ ਕੇ ਆਏ ਆ ਉਸ ਤੋਂ ਵੀ ਅੱਗੇ ਤੁਹਾਡੀ ਹਰ ਰੋਜ਼ ਇਹ ਚੈਲੰਜ ਹੁੰਦਾ ਕਿ ਪ੍ਰਮਾਤਮਾ ਸਾਨੂੰ, ਇਹ ਕੁਦਰਤ ਆ ਜਿਹੜੀ, ਕੁਦਰਤ ਨੂੰ ਮੈਂ ਪਰਮਾਤਮਾ ਆਖਦਾ ਕਿ ਇਹ ਇੱਕ ਵੱਖਰਾ ਜਾਂ ਰੂਪ ਜਾਂ ਕੋਈ ਨਜ਼ਮ ਦਾ ਜਾਂ ਗਜ਼ਲ ਦਾ ਉਸ ਤੋਂ ਵੀ ਅੱਗੇ ਦੇਵੇ। ਔਰ ਇਹ ਜ਼ੇਨ ਦੀ ਜਿਹੜੀ ਇੱਕ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਰਹਿੰਦੀ ਹੈ। ਸੋ ਕਿਤਾਬ ਮੇਰੀ ਇਸੇ ਤਰ੍ਹਾਂ ਜੀ ਪਹਿਲੀ ਕਿਤਾਬ ਆਈ, ਉਸ ਤੋਂ ਬਾਅਦ ਫਿਰ ਕਿਤਾਬਾਂ ਨੂੰ ਬਹੁਤਾ ਸਮਾਂ ਨਹੀਂ ਲੱਗਿਆ, ਜਾਂ 2 ਸਾਲ ਬਾਅਦ ਇੱਕ ਆ ਗਈ, ਦੂਜੀ ਫਿਰ ਜੇ 2 ਸਾਲ ਬਾਅਦ ਆ ਗਈ, ਇਸ ਤਰ੍ਹਾਂ 4 ਕਿਤਾਬਾਂ। ਸ਼ਿਵਰਾਜ ਜੀ, ਜਿਸ ਤਰ੍ਹਾਂ ਕਿਹਾ ਜਾਂਦਾ ਹੈ, ਬਹੁਤ ਲੋਕਾਂ ਦੀ ਧਾਰਨਾ ਹੈ ਕਿ ਇਹ ਰਾਈਟਰ, ਪੋਇਟ, ਕਵੀ ਆਪਣੀ ਦੁਨੀਆ ਅਲੱਗ ਹੀ ਬਣਾ ਕੇ ਰੱਖਦੇ ਨੇ। ਇਹ ਕਿੱਥੇ ਤੱਕ ਤੁਸੀਂ ਠੀਕ ਸਮਝਦੇ ਇਸ ਚੀਜ਼ ਨੂੰ? ਦੁਨੀਆ ਦੇਖੋ ਜੀ ਅਲੱਗ ਜਿੱਥੋਂ ਤੱਕ ਗੱਲ ਹੈ ਜੀ, ਅਸੀਂ ਪਰਿਵਾਰਾਂ ਦੇ ਵਿੱਚ ਰਹਿਣ ਵਾਲੇ ਲੋਕ ਹਾਂ, ਔਰ ਦੁਨੀਆ ਬੇਸ਼ੱਕ ਸਾਡੀ ਕੋਈ ਅਲੱਗ ਹੁੰਦੀ ਹੈ ਜਾਂ ਅਸੀਂ ਆਪਣੇ ਹਾਵ ਭਾਵ ਜਾਂ ਸਾਡੇ ਕੋਈ ਸਮਝ ਨਹੀਂ ਸਕਦਾ, ਪਰ ਅਸੀਂ, ਸਾਡੇ ਲਈ ਇੱਕ ਦੁਨੀਆ ਸਾਡੀ ਇੱਕ ਆਪਣੀ ਹੁੰਦੀ ਹੈ, ਇੱਕ ਸਾਡੇ ਲਈ ਸਾਡੇ ਪਰਿਵਾਰ ਦੀ ਹੁੰਦੀ ਹੈ। ਵੀ ਸਾਡੀ ਜਿਹੜੀ ਦੁਨੀਆ ਦੇ ਵਿੱਚ 2 ਲੋਕ ਸ਼ਾਇਰ ਦੇ ਵਿੱਚ ਰਹਿੰਦੇ ਨੇ, ਤੇ ਇਹ ਸੱਚ ਹੈ ਜੀ ਤੁਹਾਡੀ ਗੱਲ ਕਿ ਦੁਨੀਆ ਜਿਹੜੀ ਆ ਸ਼ਾਇਰ ਦੀ ਇੱਕ ਵੱਖਰੀ ਹੁੰਦੀ ਹੈ, ਕਿਉਂਕਿ ਉਹਦੀ ਜਿਹੜੀ ਸੋਚ ਦੀ ਉਡਾਨ ਆ, ਉਹ ਕੋਈ ਸੋਚਦਾ ਵੀ ਨਹੀਂ ਹੁੰਦਾ ਬੈਠਾ ਕਿ ਉਹ ਕਿਸ ਲੈਵਲ ਤੇ ਸੋਚ ਰਿਹਾ। ਸੋ ਸਮਾਜ ਦੇ ਵਿੱਚ ਇਹ ਦੇਖ ਕੇ ਹਰ ਸ਼ਾਇਰ ਨੂੰ ਜਾਂ ਇੱਕ ਪੁਖਤਾ ਸ਼ਾਇਰ ਨੂੰ ਇਹ ਲੱਗਦਾ ਕਿ ਮੈਂ ਸਮਾਜ ਦੇ ਵਿੱਚ ਫਿੱਟ ਨਹੀਂ ਹੋ ਸਕਿਆ। ਮੈਨੂੰ ਵੀ ਬਹੁਤ ਲੱਗਦਾ, ਔਰ ਮੈਂ ਤਕਰੀਬਨ ਸੋਚਦਾ ਹੁੰਦਾ ਕਿ ਇਹ ਕੰਮਾਂ ਕਾਰਾਂ ਦੇ ਵਿੱਚ ਪਏ ਆ, ਇਹ ਆਖਰ ਕਿਸ ਚੀਜ਼ ਲਈ ਨੇ, ਵੀ ਇੱਕ ਰੋਟੀ ਮਿਲੀ ਜਾਵੇ, ਕੱਪੜਾ ਮਿਲੀ ਜਾਵੇ, ਹੋਰ ਇਸ ਤੋਂ ਇਲਾਵਾ ਕੋਈ ਚੀਜ਼ ਦੀ ਇੱਛਾ ਨਹੀਂ। ਸੋ ਇਹ ਆਪਣੀ ਹੀ ਦੁਨੀਆ ਜਿਹੜੀ ਆਪਣੇ ਅੰਦਰ ਚੱਲਦੀ ਹੈ। ਇਸੇ ਲਈ ਤਾਂ ਕਿਹਾ ਗਿਆ ਹੈ, ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਸ਼ਿਵਰਾਜ ਜੀ, ਤੁਹਾਡਾ ਕਾਵਿ ਸੰਗ੍ਰਹਿ ਉਸਤਤ ਪੜ੍ਹਨ ਦਾ ਮੌਕਾ ਮਿਲਿਆ ਸੀ, ਤਾਂ ਉਹਦੇ ਵਿੱਚ ਇੱਕ ਗਜ਼ਲ ਬਹੁਤ ਅੱਛੀ ਲੱਗੀ ਪੜ੍ਹ ਕੇ, ਪੋਟਾ ਪੋਟਾ ਵਿੰਨੇ ਆ ਫਿਰ ਵੀ ਸੀਸਾ ਦਿੰਨੇ ਆ। ਬਹੁਤ ਅੱਛਾ ਲੱਗਿਆ ਪੜ੍ਹ ਕੇ। ਮੈਂ ਚਾਹੁੰਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਉਹ ਜ਼ਰੂਰ ਪੜ੍ਹ ਕੇ ਸੁਣਾਓ। ਜ਼ਰੂਰ ਜੀ। ਆ ਕਿਤਾਬ ਦੇ ਉੱਤੇ ਮੇਰੇ ਖਿਆਲ 'ਚ ਤੁਸੀਂ ਇਹ ਵੀ ਪਹਿਲਾਂ ਵੀ ਪੜ੍ਹਿਆ, ਇਹਦੇ 4 ਮਿਸਰੇ ਸੀ, ਔਰ ਮੈਂ ਤੁਹਾਡੀ ਨਜ਼ਰ ਕਰਦਾ ਜੀ। ਹਾਂਜੀ, ਐਕਚੁਅਲੀ ਇਹਦੇ 4 ਕੁ ਸ਼ੇਰ ਨੇ ਕਿ ਪੋਟਾ ਪੋਟਾ ਵਿੰਨੇ ਆ, ਪੋਟਾ ਪੋਟਾ ਵਿੰਨੇ ਆ ਫਿਰ ਵੀ ਸੀਸਾਂ ਦਿੰਨੇ ਆ, ਪੁੱਛਦੇ ਹੋ ਕਿ ਰੋਗੀ ਐ, ਕੀ ਕਹੀਏ ਕਿ ਕਿੰਨੇ ਆ, ਅੱਖ ਦੀ ਦੇਗੇ ਡਿੱਗੇ ਆ, ਅੱਖ ਦੀ ਦੇਗੇ ਡਿੱਗੇ ਆ, ਹੰਝੂਆਂ ਅੰਦਰ ਰਹਿੰਦੇ ਆ, ਕਿ ਮਨ ਤੇ ਪਿੰਜਰ ਦੋਵੇਂ ਨੇ, ਮੈਨੂੰ ਲੈ ਕੇ ਤਿੰਨੇ ਆ। ਇਹਦਾ ਆਖਰੀ ਸ਼ੇਰ ਸੀ ਜੀ ਕਿ ਝੱਲਿਆ ਤੇਰੇ ਦਰਦੇ ਆ, ਸਰਦੇ ਪੁੱਜਦੇ ਜਿੰਨੇ ਆ, ਪੋਟਾ ਪੋਟਾ ਵਿੰਨੇ ਆ ਫਿਰ ਵੀ ਸੀਸਾਂ ਦਿੰਦੇ। ਹਾਂਜੀ, ਬਹੁਤ ਖੂਬ ਜੀ। ਸ਼ਿਵਰਾਜ ਜੀ, ਕੋਈ ਤਰੰਨੁਮ ਵਿੱਚ ਕੋਈ ਪੋਇਟਰੀ, ਗਜ਼ਲ ਵਗੈਰਾ ਗਾ ਕੇ ਸੁਣਾਓਗੇ? ਤਰੰਨੁਮ 'ਚ ਜੀ ਜ਼ਰੂਰ ਮੈਂ ਕੋਸ਼ਿਸ਼ ਕਰ ਲੈਣਾ। ਹਾਂਜੀ, ਕਿਉਂਕਿ ਜ਼ਿਆਦਾਤਰ ਮੈਂ ਤਰੰਨੁਮ 'ਚ ਹੀ ਲਿਖਦਾ, ਪਰ ਇੱਕ ਗੀਤ ਹੈ ਜੀ, ਤੁਹਾਡੀ ਨਜ਼ਰ ਕਰਦਾ ਜੀ। ਇਹ ਸ਼ਾਇਰ ਦਾ ਇੱਕ ਆਪਣਾ ਬਿਆਨ ਆ ਆਪਣੇ ਬਾਰੇ, ਜਾਂ ਕਹਿ ਲਓ ਆਪਣੀ ਮਨੋਸਥਿਤੀ ਬਾਰੇ ਹੈ ਕਿ ਮੇਰੀ ਗੁਰਬਤ ਤਰਾਸ਼ੋ ਕਦੇ ਜੋਰੀਓ, ਮੇਰੀ ਗੁਰਬਤ ਤਰਾਸ਼ੋ ਕਦੇ ਜੋਰੀਓ, ਮੇਰੇ ਸ਼ਬਦਾਂ ਦੇ ਕਿੰਗਰੇ ਤਾਂ ਸਿਰ ਮੋਰ ਨੇ, ਮੇਰੇ ਪਿੰਡੇ ਤੇ ਲੀਰਾਂ ਦੀ ਚੁੱਪ ਨੂੰ ਕਹੋ, ਤੇਰੇ ਸਾਥੀ ਦੇ ਹਾਲੇ ਬੁਰੇ ਦੌਰ ਨੇ, ਇਹ ਜੋ ਵਕਤੀ ਸਿਆਸਤ ਹੈ ਸ਼ਿਕਰੇ ਅਜਹੀ, ਮੇਰੇ ਕਦਮਾਂ ਤੋਂ ਪੈੜਾਂ ਨੂੰ ਵੱਖਰਾ ਕਰੇ, ਅਸੀਂ ਸਤੀਆਂ ਦੇ ਸਬਰਾਂ ਦੀ ਸਜਰੀ ਉਮਰ, ਸਾਡੇ ਹਿੱਸੇ ਸਦਾ ਤੋਂ ਹੀ ਸਿਰ ਮੋਰ ਨੇ, ਸਾਡੇ ਹਿੱਸੇ ਸਦਾ ਤੋਂ ਹੀ ਸਿੰਦੋਰ ਨੇ,
मेरे घर दी मनूरी जो दहलीज है, तुसां तोमत दे सिर ते ही जिंदा करी, मैनू मर के जिउणे दी दित्ती अदा, मेरे सोने दे वल्लों करी गौर ने। ਇਹਦਾ ਇੱਕ ਆਖਰੀ ਬੰਦ ਸੁਣਾ ਦਿੰਦਾ ਜੀ ਮੈਂ। ਹੁਸਨ ਫੁੱਲਾਂ ਤੇ ਕਲੀਆਂ ਦਾ ਇੱਕੋ ਜਿਹਾ, ਹੁਸਨ ਫੁੱਲਾਂ ਤੇ ਕਲੀਆਂ ਦਾ ਇੱਕੋ ਜਿਹਾ, ਪਰ ਨਾ ਲੱਜ਼ਤ ਸਦਾ ਸਭ ਦੀ ਇੱਕੋ ਜਹੀ, ਉਦੋਂ ਕਲੀਆਂ ਨੂੰ ਰੋਕੇ ਉਹ ਚੇਤੇ ਕਰਨ, ਕਦੇ ਅੱਕਾਂ ਤੇ ਬੈਠੇ ਜਦੋਂ ਭੌਰ ਨੇ, ਮੇਰੀ ਗੁਰਬਤ ਤਰਾਸ਼ੋ ਕਦੇ ਜੋਰੀਓ, ਮੇਰੇ ਸ਼ਬਦਾਂ ਦੇ ਕਿੰਗਰੇ ਤਾਂ ਸਿਰ ਮੋਰ ਨੇ। ਬਹੁਤ ਖੂਬ ਸ਼ਿਵਰਾਜ ਜੀ, ਜਿਵੇਂ ਕਿ ਕਿਹਾ ਗਿਆ ਹੈ ਸ਼ਬਦ ਤੁਹਾਡੇ ਇਰਦ ਗਿਰਦ ਹੀ ਘੁੰਮਦੇ ਰਹਿੰਦੇ ਨੇ ਤੇ ਸਿਰਫ ਕਲਮ ਦੀ ਲੋੜ ਹੁੰਦੀ ਹੈ ਉਸ ਸ਼ਬਦਾਂ ਨੂੰ ਪਰੋਣ ਵਾਸਤੇ, ਪੇਪਰ ਕਾਗਜ਼ ਦੇ ਉੱਪਰ ਲਿਖਣ ਵਾਸਤੇ। ਬਹੁਤ ਖੂਬ ਸ਼ਿਵਰਾਜ ਜੀ। ਸ਼ਿਵਰਾਜ ਜੀ, ਕਿ ਤੁਹਾਡੀ ਕਿਸੇ ਕਾਵਿ ਸੰਗ੍ਰਹਿ ਜਾਂ ਕਵਿਤਾ ਨੂੰ ਕਿਸੇ ਸੰਸਥਾ ਵੱਲੋਂ ਸਨਮਾਨ ਵੀ ਮਿਲ ਚੁੱਕਾ ਹੈ? ਦੇਖੋ ਜੀ, ਮੈਂ ਇਹ ਜਿਹੇ ਦੌਰ ਬੜੇ ਆਏ ਕਿ ਸਨਮਾਨ ਲਈ ਕਈ ਵਾਰ ਕਿਹਾ ਜਾਂਦਾ, ਜਾਂ ਆਵਾਮ ਦੇ ਵਿੱਚੋਂ ਕਈ ਵਾਰ ਪੁੱਛਿਆ ਜਾਂਦਾ, ਜਾਂ ਪਾਠਕ ਕਹਿੰਦੇ ਨੇ ਕਿ ਤੁਹਾਡੀਆਂ ਕਵਿਤਾਵਾਂ ਨੂੰ ਜਾਂ ਕਿਤਾਬ ਨੂੰ ਅਵਾਰਡ ਮਿਲਣੇ ਚਾਹੀਦੇ ਸੀ। ਤੇ ਸਭ ਤੋਂ ਪਹਿਲੀ ਗੱਲ, ਮੈਂ ਆਪਣਾ ਜੀਵਨ ਬੜਾ ਸਾਦਾ ਜਿਹਾ ਰੱਖਿਆ ਕਿ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਸਨਮਾਨ ਲਈ ਕਿਤਾਬ ਜਿਹੜੀ ਉਹ ਭੇਜੀ ਦੀ ਕਿੱਥੇ ਆ। ਤੇ ਦੂਜੀ ਗੱਲ, ਜਿੱਦਾਂ ਦੇ ਸਨਮਾਨਾਂ ਦੀ ਅੱਜ ਕੱਲ੍ਹ ਹਾਲਤ ਹੋ ਗਈ ਹੈ ਸਨਮਾਨ ਦੀ, ਸਨਮਾਨ ਤਾਂ ਦੇਖੋ ਕਈ ਵਾਰ ਮੈਂ ਸੋਚਦਾ ਹੁੰਦਾ ਬੁੱਲੇ ਨੂੰ, ਫਰੀਦ ਨੂੰ, ਜਾਂ ਐਸੇ ਜਿਹੜੇ ਇੱਕ ਬਹੁਤ ਵੱਡੇ ਰਹੇ ਨੇ ਸ਼ਾਇਰ, ਕਵੀ ਰਹੇ ਨੇ, ਜਿਨ੍ਹਾਂ ਨੇ ਕੁਦਰਤ ਨੂੰ ਲਿਖਿਆ, ਜਿਨ੍ਹਾਂ ਨੇ ਅਵਾਮੀ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਕਿਸੇ ਨੇ ਅਵਾਰਡ ਨਹੀਂ ਦਿੱਤਾ, ਨਾ ਕੋਈ ਜ਼ਿਕਰ ਆਇਆ ਕਦੇ। ਤੇ ਅਸੀਂ ਤਾਂ ਚਲੋ ਖੈਰ ਹਜੇ ਬਹੁਤ ਸ਼ੁਰੂਆਤ ਆ ਸਾਡੀ। ਤੇ ਸ਼ਾਇਰੀ ਅੱਜ ਕੱਲ੍ਹ ਇਨਾਮ ਦੀ ਜਿਹੜੀ ਉਹ ਮੁਹਤਾਜ ਨਹੀਂ ਰਹੀ। ਮੇਰੀ ਸ਼ਾਇਰੀ ਜਿਹੜੀ ਸੀ, ਮੈਂ ਸਮਝਦਾ ਕਿ ਇਹਦੇ ਵਿੱਚ ਮੈਂ ਦੇਖਿਆ ਕਿ ਧਿਰਾਂ ਜਿਹੜੀਆਂ ਨੇ ਬਹੁਤ ਕੰਮ ਕਰਦੀਆਂ ਨੇ, ਸਾਹਿਤਕ ਅਕੈਡਮੀਆਂ ਜਾਂ ਕੁਛ ਹੋਰ। ਇੱਥੇ ਮੁਆਫੀ ਚਾਹੁੰਦਾ ਵੀ ਕੁਝ ਲੋਕ ਗੁੱਸਾ ਗਿਲਾ ਵੀ ਕਰਦੇ ਨੇ, ਪਰ ਮੈਂ ਇਹ ਸੱਚ ਕਹਿਣਾ ਚਾਹੁੰਦਾ ਕਿ ਇੱਥੇ ਧਿਰਾਂ ਕੰਮ ਕਰਦੀਆਂ ਨੇ ਜਿਹੜੀਆਂ ਉਹ ਆਪਣੇ, ਜਿਵੇਂ ਕਹਿ ਲਓ ਕਿ ਆਪਣੀ ਖਿਚੜੀ ਪਕਾਈ ਔਰ ਆਪ ਹੀ ਵੰਡ ਲਈ ਆਪਣੇ 'ਚ। ਸੋ ਉਹ ਇਸੇ ਤਰ੍ਹਾਂ ਦਾ ਕੰਮ ਸਨਮਾਨਾਂ ਦੇ ਵਿੱਚ ਹੈ। ਸਨਮਾਨ ਕੋਈ ਬਹੁਤੀ ਵੱਡੀ ਚੀਜ਼ ਨਹੀਂ ਰਹੀ ਜੀ ਅੱਜ ਕੱਲ੍ਹ। ਸਨਮਾਨ ਬਹੁਤੇ ਲੋਕਾਂ ਦੁਆਰਾ, ਬਹੁਤੇ ਵੱਡੇ ਅਹੁਦੇਦਾਰਾਂ ਦੁਆਰਾ ਇਹੀ ਕਿਹਾ ਜਾਂਦਾ ਕਿ ਇਹ ਸਾਡੇ ਇਰਦ ਗਿਰਦ ਕੋਈ ਬੰਦਾ ਚੱਕਰ ਲਾਵੇ, ਸਾਡੀ ਕੋਈ ਚਾਪਲੂਸੀ ਕਰੇ, ਸ਼ਾਇਦ ਤਾਂ ਅਸੀਂ ਕੋਈ ਉਹਨਾਂ ਦੀ ਗੱਲ ਸੁਣੀਏ। ਤੇ ਵੈਸੇ ਸਨਮਾਨ ਛੋਟੇ ਹੋ ਗਏ ਨੇ ਜੀ, ਹੁਣ ਅਹੁਦੇਦਾਰ ਵੱਡੇ ਹੋ ਗਏ। ਹਾਂਜੀ, ਜਿਸ ਤਰ੍ਹਾਂ ਸ਼ਿਵਰਾਜ ਜੀ ਕਿਹਾ ਜਾਂਦਾ ਹੈ, ਮੋਸਟਲੀ ਕੋਈ ਕਵੀ ਸੰਮੇਲਨ ਹੋਵੇ, ਕਵੀ ਦਰਬਾਰ ਹੋਵੇ, ਉੱਥੇ ਸ਼ਾਇਰ ਜੈਂਟਸ ਜ਼ਿਆਦਾ ਹੁੰਦੇ ਨੇ ਤੇ ਲੇਡੀਜ਼, ਔਰਤਾਂ ਵੱਲੋਂ ਬਹੁਤ ਹੀ ਘੱਟ ਸ਼ਮੂਲੀਅਤ ਕੀਤੀ ਜਾਂਦੀ ਹੈ। ਕੀ ਕਾਰਨ ਮੰਨਦੇ ਹੋ ਵੀ ਔਰਤਾਂ ਇਸ ਫੀਲਡ 'ਚ ਬਹੁਤ ਘੱਟ ਆਉਂਦੀਆਂ ਨੇ? ਸਭ ਤੋਂ ਵੱਡੀ ਗੱਲ ਜੀ, ਸ਼ਾਇਰ ਲਿਖਦੇ ਲਿਖਦੇ ਬਹੁਤ ਲੋਕ ਆਉਂਦੇ ਆ, ਚਲੇ ਜਾਂਦੇ ਆ, ਇੱਕੋ ਗੱਲ ਲਿਖਦੇ ਨੇ ਕਿ ਔਰਤ ਨੂੰ ਉਹ ਐਕਸਪੋਜ਼ਰ, ਉਹ ਜਗ੍ਹਾ ਨਹੀਂ ਮਿਲ ਪਾਉਂਦੀ ਸਮਾਜ ਦੇ ਵਿੱਚ। ਪਰ ਮੈਂ ਸਮਝਦਾ ਕਿ ਔਰਤਾਂ ਦਾ ਜਿਹੜਾ ਕਿ, ਮੈਂ ਕਵੀ ਹੋਣ ਦੇ ਨਾਤੇ ਕਹਿੰਦਾ ਕਿ ਹਰ ਬੰਦਾ ਇੱਕ ਕੂੜੇ ਦੇ ਵਿੱਚੋਂ ਨਿਕਲ ਕੇ ਆਉਂਦਾ ਇਸ ਜ਼ਿੰਦਗੀ ਦੇ ਵਿੱਚੋਂ। ਤੇ ਇਨਸਾਨ ਉਹੀ ਹੁੰਦਾ ਜਿਹੜਾ ਕੂੜੇ ਚੋਂ ਨਿਕਲ ਕੇ ਇਹ ਸੋਚੇ ਕਿ ਮੈਂ ਬਾਹਰ ਸਾਫ਼ ਜਗ੍ਹਾ ਤੇ ਆ ਗਿਆ ਤੇ ਦੁਬਾਰਾ ਉੱਥੇ ਨਹੀਂ ਜਾਣਾ। ਸਾਡੀ ਜ਼ਿੰਦਗੀ ਵੀ ਕੁਛ ਇਸ ਤਰ੍ਹਾਂ ਦੀ ਰਹੀ ਹੈ, ਔਰ ਹਰ ਸ਼ਾਇਰ ਨੂੰ ਚਾਹੀਦਾ ਕਿ ਉੱਥੇ ਜਦੋਂ ਅਸੀਂ ਨਿਕਲਦੇ ਹਾਂ ਉਸ ਜਗ੍ਹਾ ਤੋਂ, ਉਸ ਸੋਚ ਦੇ ਵਿੱਚੋਂ। ਸੋ ਔਰਤ ਦੀ ਗੱਲ ਇਸੇ ਕਰਕੇ ਮੈਂ ਉਹ ਸਮਝਾਉਣਾ ਚਾਹ ਰਿਹਾ ਕਿ ਔਰਤ ਨੂੰ ਮੁਸ਼ਾਇਰਿਆਂ ਦੇ ਵਿੱਚ ਬਹੁਤਾ ਜ਼ਿਆਦਾ ਇੱਕ ਸਾਜ ਸਜਾਵਟ ਲਈ ਵਰਤਿਆ ਜਾਂਦਾ, ਜਾਂ ਕਹਿ ਲਓ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਸ਼ਾਇਰ ਸ਼ਾਇਦ ਮਰਦ ਜ਼ਿਆਦਾ ਨੇ, ਤੇ ਇਹ ਵੀ ਇੱਕ ਗੱਲ ਮੈਨੂੰ ਸੱਚੀ ਨਹੀਂ ਲੱਗਦੀ ਕਿ ਮਰਦ ਸ਼ਾਇਰ, ਸ਼ਾਇਰੀ ਜਿੱਥੇ ਹੈਗੀ ਉੱਥੇ ਹੀ ਸ਼ਾਇਰ ਨੇ ਜੀ। ਮਰਦਾਂ ਦੀ ਗਿਣਤੀ ਜ਼ਿਆਦਾ ਸਟੇਜਾਂ ਦੇ ਉੱਤੇ, ਪਰ ਸ਼ਾਇਰ ਬਹੁਤ ਘੱਟ ਨੇ ਉਹਨਾਂ ਦੇ ਵਿੱਚੋਂ। ਸੋ ਔਰਤ, ਕੁਛ ਘਰਾਂ ਦੇ ਵਿੱਚੋਂ ਵੀ ਔਰਤਾਂ ਨੂੰ ਮਜਬੂਰੀਆਂ ਹੁੰਦੀਆਂ, ਔਰਤਾਂ ਕੰਮ ਵੀ 20-20 ਘੰਟੇ ਘਰਾਂ ਦੇ ਵਿੱਚ ਕਰਦੀਆਂ ਨੇ, ਤੇ ਜਿਹੜੀ ਕੋਈ ਲਿਖਦੀ ਵੀ ਆ ਥੋੜ੍ਹਾ ਬਹੁਤ ਵਧੀਆ, ਤੇ ਉਹਨਾਂ ਨੂੰ ਸ਼ਾਇਦ ਕਈ ਵਾਰ ਇਜਾਜ਼ਤ ਨਹੀਂ ਦਿੱਤੀ ਜਾਂਦੀ, ਕਿਉਂਕਿ ਮੁਸ਼ਾਇਰੇ ਦਿਨ ਰਾਤ ਦੇ ਮੁਸ਼ਾਇਰੇ ਹੁੰਦੇ ਨੇ, ਦੂਰ ਜਾਣਾ ਜਾਂ ਕੁਛ ਕਰਨਾ, ਤੇ ਸਾਨੂੰ ਇਸ ਕਰਕੇ ਵੀ ਕੁਛ ਉਹ ਨਜ਼ਰ ਨਹੀਂ ਆਉਂਦੀਆਂ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਬਹੁਤ ਸੋਹਣੀਆਂ ਕਵਿਤਾਵਾਂ ਆਉਂਦੀਆਂ ਨੇ, ਕੁੜੀਆਂ ਲਿਖ ਰਹੀਆਂ ਨੇ, ਔਰਤਾਂ ਲਿਖ ਰਹੀਆਂ ਨੇ। ਸੋ ਸ਼ਾਇਰੀ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਮਰਦਾਂ ਦੀ ਤਾਦਾਦ ਬਹੁਤ ਹੀ ਜ਼ਿਆਦਾ ਨਹੀਂ,
ਜੇ ਮਰਦ 4-5 ਸ਼ਾਇਰ ਨੇ ਤਾਂ ਸ਼ਾਇਦ 2-3 ਜਿਹੜੀਆਂ ਔਰਤਾਂ ਵੀ ਸ਼ਾਇਰ ਹੋਣਗੀਆਂ। ਸੋ ਇਹ ਬਰਾਬਰ ਦਾ ਹੀ ਕੰਮ ਹੈ ਜੀ। ਬਸ ਇੱਕ ਮਰਦ ਪ੍ਰਧਾਨ ਜਿਹਨੂੰ ਅਸੀਂ ਕਹਿ ਲਈਏ ਕਿ ਉਹ ਸਾਰਾ ਕੁਝ ਇੰਤਜ਼ਾਮ ਹੀ ਮਰਦ ਕਰਦਾ, ਕਿ ਔਰਤ ਨੂੰ ਦਿਖਾਉਂਦਾ ਕਿ ਸਾਰਾ ਕੁਝ ਕਰਨ ਕਰਾਉਣ ਵਾਲਾ ਹੀ ਮੈਂ ਹਾਂ। ਸੋ ਉੱਥੇ ਬਹੁਤੀ ਜਗ੍ਹਾ ਨਹੀਂ ਮਿਲਦੀ। ਜਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਹਾਂਜੀ, ਜਿਵੇਂ ਪਿਛਲੇ 2 ਸਾਲਾਂ ਤੋਂ ਬੜੇ ਬੁਰੇ ਦੌਰ 'ਚ ਲੰਘ ਰਿਹਾ ਪੂਰਾ ਹਿੰਦੁਸਤਾਨ, ਬਿਲਕੁਲ ਜੀ, ਪੰਜਾਬ, ਕਰੋਨਾ ਕਰਕੇ। ਹਾਂਜੀ, ਤਾਂ ਤੁਸੀਂ ਕੀ ਸਮਝਦੇ ਹੋ ਆਫਲਾਈਨ ਤੇ ਆਨਲਾਈਨ 'ਚ ਮੁਸ਼ਾਇਰਾ ਕਰਨ 'ਚ ਕੀ ਫਰਕ ਹੋ ਸਕਦਾ ਹੈ? ਕਿਹੜਾ ਅੱਛਾ ਲੱਗਦਾ ਹੈ ਤੁਹਾਡਾ? ਦੇਖੋ ਜੀ, ਸ਼ਾਇਰੀ ਜਿਹੜੀ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਗੱਲ ਕੀਤੀ ਕਿ ਸ਼ਾਇਰੀ ਬਸ਼ਰਤੇ ਸ਼ਾਇਰੀ ਹੋਵੇ, ਤੇ ਫਿਰ ਜਦੋਂ ਅਸੀਂ ਆਨਲਾਈਨ ਵੀ ਸੁਣਦੇ ਆ, ਉਹ ਹਰ ਬੰਦੇ ਦਾ ਆਪਣਾ ਆਪਣਾ ਇੱਕ ਟੇਸਟ ਆ। ਔਰ ਜੇ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀ ਸ਼ਾਇਰੀ ਪਈ ਹੈ ਤਾਂ ਉੱਥੇ ਜਾ ਕੇ ਅਸੀਂ ਸੁਣੀ ਦੀ ਵੀ ਆ, ਜਾਂ ਦਰਸ਼ਕ ਨੇ ਜਿਹੜੇ ਸਰੋਤੇ ਸੁਣਦੇ ਨੇ ਉੱਥੇ ਦੇਖਦੇ ਨੇ ਆਪਣੀ ਆਪਣੀ ਪਸੰਦ ਦੀ। ਹੁਣ ਆਨਲਾਈਨ ਦਾ ਜ਼ਮਾਨਾ ਜਿਹੜਾ ਇਹ ਕੋਵਿਡ ਕਰਕੇ ਜਾਂ ਇਸ ਪਿਛਲੇ ਦੌਰ ਕਰਕੇ ਆਇਆ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤਕਨੀਕ ਨੇ ਬਹੁਤ ਜ਼ਿਆਦਾ ਇਹ ਖਰਾਬੀ ਕੀਤੀ ਕਿ ਜਿਹੜੇ ਮੁਸ਼ਾਇਰੇ ਨੇ ਆਨਲਾਈਨ ਹੁੰਦੇ ਨੇ, ਉੱਥੇ ਉਨੇ ਕੁ ਲੋਕ ਹੀ ਸੁਣਦੇ ਨੇ ਜਿੰਨਾ ਕੁ ਨੂੰ ਕਿਹਾ ਹੁੰਦਾ ਕਿ ਸਾਡਾ ਜੀ ਆ ਪ੍ਰੋਗਰਾਮ ਆ ਰਿਹਾ, ਤੇ ਉਹਨਾਂ ਨੂੰ ਮੈਂਸ਼ਨ ਕੀਤਾ ਜਾਂਦਾ ਸੁਣ ਲਓ। ਪਰ ਉਹਦੇ ਵਿੱਚ ਵੀ ਕੋਈ ਸ਼ਾਇਰੀ ਨਹੀਂ ਮੈਂ ਦੇਖੀ ਕਦੇ। ਸ਼ਾਇਰੀ ਕਦੇ ਵੀ ਉਹਦੇ ਵਿੱਚ ਦੇਖਣ ਸੁਣਨ ਨੂੰ ਨਹੀਂ ਮਿਲੀ ਹੈਗੀ। ਤੇ ਗੱਲ ਦੋਨੇ ਪਾਸੇ ਇੱਕੋ ਜਿਹੀ ਹੈ ਜੀ। ਸ਼ਾਇਰੀ ਚਾਹੇ ਜ਼ਮੀਨੀ ਲੈਵਲ ਤੇ ਜਦੋਂ ਅਸੀਂ ਆਫਲਾਈਨ ਵੀ ਅਸੀਂ ਕਰੀਏ ਤਾਂ ਉੱਥੇ ਵੀ ਸ਼ਾਇਰੀ ਹੋਣੀ ਚਾਹੀਦੀ ਹੈ, ਆਨਲਾਈਨ ਵੀ ਕਰੀਏ ਤਾਂ ਉੱਥੇ ਵੀ ਸ਼ਾਇਰੀ ਹੋਣੀ ਚਾਹੀਦੀ ਹੈ। ਪਰ ਆਨਲਾਈਨ ਇਹ ਹੈ ਕਿ ਸਾਡੀ ਆਪਣੀ ਮਰਜ਼ੀ ਹੁੰਦੀ ਹੈ ਕਿ ਜਿਹੜਾ ਸਾਨੂੰ ਅਵੇਲੇਬਲ ਆ ਅਸੀਂ ਉਹਨੂੰ ਉਹ ਇੱਕ ਦਾਇਰੇ ਦੇ ਵਿੱਚ ਲੈ ਲੈਂਦੇ ਹਾਂ ਇਕੱਠੇ ਕਰਕੇ ਆਨਲਾਈਨ, ਤੇ ਉੱਥੇ ਅਸੀਂ ਆਪਣਾ ਚਾਅ ਪੂਰਾ ਕਰਕੇ ਆ ਜਾਂਦੇ ਹਾਂ। ਪਰ ਜੇ ਕੋਈ ਸੁਣਦਾ, ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਵੀ ਜਿਹੜੇ ਸ਼ਾਇਰ ਬਣ ਕੇ ਜਾਂ ਕਵਿੱਤਰੀਆਂ ਬਣ ਕੇ ਇਕੱਠੇ ਹੋ ਕੇ ਬਹਿ ਜਾਂਦੇ ਨੇ, ਕਿ ਤੁਹਾਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਇਹ ਵਹਿਮ ਦੇ ਵਿੱਚੋਂ ਨਿਕਲੋ ਤੇ ਤੁਸੀਂ ਪੁਖਤਾ ਸ਼ਾਇਰੀ ਹੈ ਜਿਹੜੀ ਉਹਦੇ ਵੱਲ ਧਿਆਨ ਦਿਓ, ਤੁਸੀਂ ਸੁਣੋ ਜ਼ਿਆਦਾ। ਸ਼ਾਇਰ ਹੋਣਾ ਵੱਡੀ ਗੱਲ ਨਹੀਂ ਹੁੰਦੀ, ਪਾਠਕ ਹੋਣਾ ਵੱਡੀ ਗੱਲ ਹੁੰਦੀ। ਹਾਂਜੀ, ਜੇ ਤੁਸੀਂ ਵੱਡੇ ਪਾਠਕ ਹੋ ਤਾਂ ਸ਼ਾਇਰ ਇੱਕ ਵੱਡਾ ਪਾਠਕ ਆ ਜਿਹੜਾ ਜੀ, ਉਹ ਸ਼ਾਇਰ ਨੂੰ ਵੀ ਫਿੱਕਾ ਪਾ ਦਿੰਦਾ। ਮੈਂ ਆਪਣੀ ਜ਼ਿੰਦਗੀ 'ਚ ਇਹੀ ਮੇਰਾ ਤਜਰਬਾ ਜੀ। ਪਰ ਫਿਰ ਵੀ ਦੇਖਿਆ ਜਾਵੇ ਆਫਲਾਈਨ ਤੇ ਆਨਲਾਈਨ 'ਚ ਕੀ ਫਰਕ ਸਮਝਦੇ ਤੁਸੀਂ ਵੀ ਆਫਲਾਈਨ ਜ਼ਿਆਦਾ ਅੱਛਾ ਮੋਡ ਹੈ ਜਾਂ ਫਿਰ ਆਨਲਾਈਨ? ਮੈਂ ਸਮਝਦਾ ਜੀ ਆਫਲਾਈਨ ਜਿਹੜਾ ਜ਼ਿਆਦਾ ਅੱਛਾ ਸਮਝਿਆ ਜਾਂਦਾ ਜੀ। ਆਨਲਾਈਨ ਅਸੀਂ ਸਭ ਤੋਂ ਪਹਿਲੀ ਗੱਲ, ਸ਼ਾਇਰ ਨੂੰ ਨਹੀਂ ਪਤਾ ਹੁੰਦਾ ਸਾਨੂੰ ਦੇਖ ਕੌਣ ਰਿਹਾ ਜਾਂ ਨਹੀਂ ਦੇਖ ਰਿਹਾ। ਠੀਕ ਹੈ ਜੀ, ਅਸੀਂ ਆਪਣੇ ਵਹਿਮ 'ਚ ਬੈਠੇ ਹੁੰਦੇ ਹਾਂ। ਠੀਕ ਹੈ ਜੀ, ਤੇ ਜੇ ਸਾਡੇ ਕੋਲ ਸਾਹਮਣੇ ਆਡੀਅנס ਬੈਠੀ ਹੈ, ਦਰਸ਼ਕ ਬੈਠੇ ਨੇ, ਅਸੀਂ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਅਸੀਂ ਗੱਲ ਕਰ ਸਕਦੇ ਹਾਂ, ਆਪਣੀ ਗੱਲ ਕਹਿ ਸਕਦੇ ਹਾਂ, ਅਸੀਂ ਉਹਨਾਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ। ਇਹ ਤਾਂ ਆਨਲਾਈਨ ਤਾਂ ਇਹ ਹੋ ਗਿਆ ਜੀ ਆਪਣਾ ਜਿਹੜਾ ਕਹਿ ਲਓ ਕਿ ਸ਼ੀਸ਼ੇ ਦੇ ਵਿੱਚ ਆਪਣਾ ਹੀ ਮੂੰਹ ਦੇਖੀ ਜਾਣਾ, ਤੇ ਹੋਰ ਸਾਨੂੰ ਕੁਝ ਨਹੀਂ ਨਜ਼ਰ ਆਉਂਦਾ ਜੀ ਉੱਥੇ। ਕੁਝ ਬਾਉਂਡੇਸ਼ਨਸ ਵੀ ਹੋ ਜਾਂਦੀਆਂ ਨੇ, ਨੈਟਵਰਕ ਪ੍ਰੋਬਲਮ, ਬਿਲਕੁਲ ਜੀ ਬਿਲਕੁਲ, ਸਾਊਂਡ ਦੀ ਪ੍ਰੋਬਲਮ। ਅਸੀਂ ਤਾਂ ਸੋਚਦੇ ਹਾਂ ਕਿ ਸਾਡਾ ਜਿਹੜਾ ਚਿਹਰਾ ਉਹ ਦੇਖਣ ਵਾਲੇ ਨੂੰ ਦਿਖ ਰਿਹਾ, ਪਰ ਉੱਥੇ ਦਿਖ ਨਹੀਂ ਰਿਹਾ ਹੁੰਦਾ ਜੀ। ਨੈਟ ਦੀ ਪ੍ਰੋਬਲਮ ਆ ਜਾਂਦੀ ਹੈ। ਬੜੀ ਤਕਨੀਕ ਹਜੇ ਆਪਣੇ ਇੱਥੇ ਬਹੁਤੀ ਜ਼ਿਆਦਾ ਨਹੀਂ ਅੱਗੇ ਆ ਸਕੀ ਕਿ ਅਸੀਂ ਆਪਣੇ ਯਕੀਨੀ ਤੌਰ ਤੇ ਉਹਨੂੰ ਲੋਕਾਂ ਤੇ ਲਾਗੂ ਕਰ ਸਕੀਏ। ਸੋ ਇਸੇ ਕਰਕੇ ਮੈਂ ਸਮਝਦਾ ਆਫਲਾਈਨ ਜ਼ਿਆਦਾ ਵਧੀਆ। ਤੁਸੀਂ ਕੁਝ ਕਵਿਤਾ ਜਾਂ ਗਜ਼ਲ ਕਿਸੇ ਮਿਊਜ਼ਿਕ ਇੰਸਟਰੂਮੈਂਟ ਨਾਲ ਗਾ ਕੇ ਸੁਣਾ ਸਕਦੇ ਹੋ? ਬਿਲਕੁਲ ਜੀ, ਸੁਣਾ ਸਕਦੇ ਹਾਂ ਜੇ ਕੋਈ ਸਾਥ ਦੇਵੇ ਤਾਂ ਜੀ। ਸਾਥ ਸਾਡੇ ਨਾਲ ਸਾਡੇ ਗਰੁੱਪ ਦੇ ਮੈਂਬਰ ਨੇ। ਹਾਂਜੀ, ਜਸ ਗਾਫੀ ਜੀ ਗਿਟਾਰਿਸਟ ਨੇ, ਅੱਛਾ ਗਿਟਾਰ ਵਜਾਉਂਦੇ ਨੇ। ਅੱਛਾ ਜੀ, ਤੇ ਮੈਂ ਉਹਨਾਂ ਨੂੰ ਬੁਲਾਉਣਾ ਚਾਹਾਂਗਾ ਕਿ ਤੁਹਾਡੇ ਨਾਲ ਆ ਕੇ ਸੰਗਤ ਕਰਨ। ਜ਼ਰੂਰ ਜੀ, ਤੇ ਜ਼ਰੂਰ। ਤੁਸੀਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਕੋਸ਼ਿਸ਼ ਕਰਾਂ ਜੀ, ਕੋਸ਼ਿਸ਼ ਕਰਾਂਗੇ ਜੀ ਜ਼ਰੂਰ। ਤੇ ਆਓ ਕਰ ਲੈਂਦੇ ਜੀ ਆਪਾਂ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਵਜਾਉਣ ਦੀ, ਹੈ ਨਾ। ਕੀ ਨਜ਼ਮ ਦਾ ਨਾਮ ਕੀ ਆਪਣੀ ਦਾ? ਆਪਣੀ ਹੈਗੀ ਹੈ ਜੀ ਕਿ ਹੀਰਾਂ ਕੈਦੀ ਨੇ। ਹੀਰਾਂ ਕੈਦੀ, ਹਾਂਜੀ। ਸੋ ਬਹੁਤ ਚੰਗਾ ਲੱਗ ਰਿਹਾ ਜੀ ਮੈਨੂੰ, ਬਾਕੀ ਕੋਸ਼ਿਸ਼ ਕਰਦੇ ਆਪਾਂ। ਹਾਂਜੀ। ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਝੰਗ ਖੋਲ ਦੇ ਬੂਹੇ ਹੀਰਾਂ ਕੈਦੀ ਨੇ। ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਝੰਗ ਖੋਲ ਦੇ ਬੂਹੇ ਹੀਰਾਂ ਕੈਦੀ ਨੇ। ਹਰ ਕੋਈ ਚੂਚਕ ਧੀ ਨੂੰ ਪਿੰਜਰਾ ਜਾਣ ਰਿਹਾ, ਹਰ ਕੋਈ ਚੂਚਕ ਧੀ ਨੂੰ ਪਿੰਜਰਾ ਜਾਣ ਰਿਹਾ, ਕਰੀ ਉਧਾਲਾ ਰੂਹੇ ਹੀਰਾਂ ਕੈਦੀ ਨੇ। ਰੰਗ ਰਹੇ ਨਾ ਸੂਹੇ ਹੀਰਾਂ ਕੈਦੀ ਨੇ, ਝੰਗ ਖੋਲ ਦੇ ਬੂਹੇ ਹੀਰਾਂ ਕੈਦੀ ਨੇ। ਘੜਿਓ ਵੇ ਹੁਣ ਭੁੱਲ ਜੋ ਟਾਕਾਂ ਨਾਰ ਦੀਆਂ,
ਘੜਿਓ ਵੇ ਹੁਣ ਭੁੱਲ ਜੋ ਢਾਕਾਂ ਨਾਰ ਦੀਆਂ, ਕੌਣ ਭਰੂਗੀ ਖੂਹੇ ਹੀਰਾ ਕੈਦੀ ਨੇ, ਰੰਗ ਰਹੇ ਨਾ ਸੂਹੇ ਹੀਰਾ ਕੈਦੀ ਨੇ। ਹਾੜਾ ਹੋ ਕੇ ਧੀਦੋ ਰੱਬਾ ਬੌੜੀ ਵੇ, ਹਾੜਾ ਹੋ ਕੇ ਧੀਦੋ ਰੱਬਾ ਬੌੜੀ ਵੇ, ਮੁੜ ਪੀੜਾਂ ਦੀ ਜੂਹੇ ਹੀਰਾ ਕੈਦੀ ਨੇ, ਹਾੜਾ ਹੋ ਕੇ ਧੀਦੋ ਰੱਬਾ ਬੌੜੀ ਵੇ, ਮੁੜ ਪੀੜਾਂ ਦੀ ਜੂਹੇ ਹੀਰਾ ਕੈਦੀ ਨੇ। ਆਖਰ ਨੂੰ ਹਰ ਕੈਦੋਂ ਆਪਣੇ ਕਰਮਾਂ ਨੂੰ, ਆਖਰ ਨੂੰ ਹਰ ਕੈਦੋਂ ਆਪਣੇ ਕਰਮਾਂ ਨੂੰ, ਡਿੱਗਣਾ ਮੁੱਦੇ ਮੂਹੇ ਹੀਰਾ ਕੈਦੀ ਨੇ, ਰੰਗ ਰਹੇ ਨਾ ਸੂਹੇ ਹੀਰਾ ਕੈਦੀ ਨੇ, ਝੰਗ ਖੋਲਦੇ ਬੂਹੇ ਹੀਰਾ ਕੈਦੀ ਨੇ, ਹੀਰਾ ਕੈਦੀ ਨੇ। ਕੀ ਬਾਤ ਹੈ, ਕੀ ਬਾਤ ਹੈ। ਮਿਹਰਬਾਨੀ ਜੀ, ਬਹੁਤ ਚੰਗਾ ਵਜਾਇਆ ਜੀ ਤੁਸੀਂ। ਸ਼ੁਕਰੀਆ ਸ਼ੁਕਰੀਆ ਸਰ। ਤੇ ਤੁਹਾਡੀ ਤਾਂ ਨਜ਼ਮ ਹੈ ਹੀ ਬਾਕਮਾਲ, ਮੈਨੂੰ ਮੌਕਾ ਮਿਲਿਆ ਤੁਸੀਂ ਵਜਾਉਣ ਦਾ। ਤੁਸੀਂ ਚਾਰ ਚੰਦ ਲਾਤੇ ਜੀ ਨਜ਼ਮ ਨੂੰ। ਨਜ਼ਮ ਪਹਿਲਾਂ ਹੀ ਆਪਣੇ ਆਪ 'ਚ ਹੀ ਚਾਰ ਚੰਦ ਸੀ। ਨਹੀਂ, ਮਿਊਜ਼ਿਕ ਜਿਹੜਾ ਸੰਗੀਤ ਆ ਉਹ ਬਹੁਤ ਵਧੀਆ ਰੂਪ ਦਿੰਦਾ ਜੀ। ਸ਼ਿਵਰਾਜ ਹਾਂਜੀ, ਜੀ, ਬੜਾ ਮਿਹਰਬਾਨੀ ਜੀ। ਤੁਹਾਡਾ ਵਰਲਡ ਏਸ਼ੀਆ ਟੀਵੀ ਦੇ ਸ਼ੋਅ ਲੈਟਸ ਮੀਟ ਵਿਦ ਚਾਮ ਤੇ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਤੁਹਾਡੀਆਂ ਇਹ ਜੋ ਕਿਤਾਬਾਂ ਨੇ ਮਾਰਕੀਟ 'ਚ ਆ ਚੁੱਕੀਆਂ ਨੇ, ਪਾਠਕਾਂ ਤੱਕ ਪਹੁੰਚੀਆਂ ਹੋਣਗੀਆਂ ਤੇ ਪਾਠਕ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋਣਗੇ ਤੇ ਦੇਣਗੇ ਵੀ। ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਅੱਜ ਬੜੇ ਚਿਰ ਬਾਅਦ ਆਪਾਂ ਇਕੱਠੇ ਹੋਏ ਤੇ ਔਰ ਦੇਖੋ ਵਰਲਡ ਏਸ਼ੀਆ ਟੀਵੀ ਦੇ ਥਰੂ ਅਸੀਂ ਜਿਹੜੇ ਇਕੱਠੇ ਹੋਏ ਆ, ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ, ਸਾਰੀ ਟੀਮ ਦਾ, ਕਿ ਬਹੁਤ ਸੋਹਣੀ ਸਾਡੀ ਮੁਲਾਕਾਤ ਰਹੀ ਹੈ ਜੀ। ਔਰ ਬੜੇ ਸੁਚੱਜੇ ਢੰਗ ਨਾਲ ਤੁਸੀਂ ਜੋ ਵੀ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਤੁਸੀਂ ਸਾਥ ਦਿੱਤਾ ਮੇਰਾ, ਤੇ ਬੜੀ ਮਿਹਰਬਾਨੀ ਜੀ ਤੁਹਾਡੀ ਸਭ ਦੀ। ਸੋ ਗੁਰਮੀਤ ਜੀ, ਜਾਣ ਤੋਂ ਪਹਿਲਾਂ ਆਪਾਂ ਗੱਲ ਕਰਨਾ ਚਾਹੁੰਦਾ ਸੀ ਮੈਂ ਕਿ ਇਹ ਜਿਹੜਾ ਤੁਸੀਂ ਸੈੱਟ ਲਾਇਆ, ਇਹ ਕਾਫੀ ਵਧੀਆ ਲੱਗਿਆ ਮੈਨੂੰ ਔਰ ਅਟਰੈਕਟਿਵ ਵੀ ਆ। ਇਹ ਜਦੋਂ ਦੇਖੋ ਟਾਇਰਾਂ ਦੇ ਵਿੱਚ ਦੌਣ ਪਾਈ ਹੋਈ ਆ ਔਰ ਨਵਾਂ ਇੱਕ ਚੇਂਜ ਕਹਿ ਲਓ ਕਿ ਇਹ ਨਵੇਂ ਤਰੀਕੇ ਦਾ ਦੇਖਣ ਨੂੰ ਮਿਲਿਆ। ਕਿਵੇਂ ਉਪਰਾਲਾ ਕੀਤਾ ਜੀ ਤੁਸੀਂ, ਇਹ ਕਿੱਥੋਂ ਲੈ ਕੇ ਆਏ ਹੋ? ਐਕਚੁਅਲੀ ਸ਼ਿਵਰਾਜ ਜੀ, ਸਾਡੇ ਲੁਧਿਆਣੇ 'ਚ ਇੱਕ ਸੰਸਥਾ ਹੈ ਸਵਿਚ ਫॉर ਚੇਂਜ ਫਾਊਂਡੇਸ਼ਨ। ਅੱਛਾ ਜੀ। ਜੋ ਕਿ ਸਾਡੇ ਘਰਾਂ 'ਚੋਂ ਬਹੁਤ ਸਾਰਾ ਐਸਾ ਮਟੀਰੀਅਲ ਨਿਕਲਦਾ ਜੋ ਵੇਸਟ ਹੁੰਦਾ ਹੈ, ਹਾਂਜੀ। ਜਿਹਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੁੰਦੀ, ਇਹ ਉਹਨਾਂ ਨੂੰ ਇਕੱਠਾ ਕਰਦੇ ਨੇ, ਲੋਕ ਇਹਨਾਂ ਤੱਕ ਪਹੁੰਚਾਉਂਦੇ ਨੇ, ਸਕੂਲ ਕਾਲਜ 'ਚੋਂ ਇਹ ਇਕੱਠਾ ਕਰਕੇ ਲੈ ਕੇ ਆਉਂਦੇ ਤੇ ਇਸ ਤਰ੍ਹਾਂ ਦੀ ਕ੍ਰੀਏਟੀਵਿਟੀ ਕਰਕੇ ਕੁਝ ਨਵਾਂ ਮਟੀਰੀਅਲ ਤਿਆਰ ਕਰਦੇ ਨੇ ਤੇ ਉਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਵਾਹ ਜੀ ਵਾਹ। ਸੋ ਧੰਨਵਾਦ ਕਰਦੇ ਹਾਂ ਸਵਿਚ ਫॉर ਚੇਂਜ ਫਾਊਂਡੇਸ਼ਨ ਦਾ, ਜੋ ਇਸ ਤਰ੍ਹਾਂ ਦੇ ਅੱਛੇ ਉਪਰਾਲੇ ਕਰਦਾ ਹੈ ਤੇ ਵੇਸਟ ਹੋਏ ਚੀਜ਼ਾਂ ਨੂੰ ਫਿਰ ਦੁਬਾਰਾ ਯੂਜ਼ ਕਰਨ ਲਈ ਬਣਾਉਂਦਾ ਹੈ। ਤੋ ਸਾਥੀਓ, ਦੋਸਤੋ, ਅਗਲੇ ਸ਼ੋਅ ਵਿੱਚ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਨਾਲ। ਤਦ ਤੱਕ ਦੇਖਦੇ ਰਹੋ ਵਰਲਡ ਏਸ਼ੀਆ ਟੀਵੀ। ਧੰਨਵਾਦ।